हाँ जी राजे BSc पार्ट 2 नॉन मैडिकल ਅਤੇ BA2 मैथमैटिक्स ਦੇ स्टूडेंट्स ਆਪਾਂ ਨੇ ਲੀਨੀਅਰ ਪ੍ਰੋਗਰਾਮਿੰਗ ਦੀ ਬੁੱਕ ਸਟਾਰਟ ਕੀਤੀ ਸੀ। ਪ੍ਰੀਵੀਅਸ ਲੈਕਚਰ ਦੇ ਵਿੱਚ ਆਪਾਂ ਨੇ ਇੰਟਰੋਡਕਸ਼ਨ ਅਤੇ ਡੈਫੀਨੇਸ਼ਨਸ ਕੀਤੀਆਂ ਸੀ। ਅੱਜ ਆਪਾਂ ਇਹਦਾ ਲੀਨੀਅਰ ਪ੍ਰੋਗਰਾਮਿੰਗ ਦੀ ਡੈਫੀਨੇਸ਼ਨ ਅਤੇ ਲੀਨੀਅਰ ਪ੍ਰੋਗਰਾਮਿੰਗ ਦਾ ਮੀਨਿੰਗ ਡਿਸਕਸ ਕਲੀਅਰ ਕਰਦੇ ਹਾਂ। ਸੋ ਲੀਨੀਅਰ ਪ੍ਰੋਗਰਾਮਿੰਗ ਇਜ਼ ए ਕੁਆਂਟੀਟੇਟਿਵ ਔਰ ਮੈਥਮੈਟਿਕਲ ਟੈਕਨੀਕ ਹੈ ਜਿਹੜੀ ਡਿਟਰਮਿਨ ਕਰਦੀ ਆ ਆਪਟੀਮਲ ਐਲੋਕੇਸ਼ਨ ਆਫ ਰਿਸੋਰਸਿਸ ਐਂਡ obtaining a particular objective। ਕੱਲ ਵੀ ਆਪਾਂ ਨੇ ਇਹੀ ਗੱਲਾਂ ਡਿਸਕਸ ਕੀਤੀਆਂ ਸੀਗੀਆਂ ਕਿ ਲੀਨੀਅਰ ਪ੍ਰੋਗਰਾਮਿੰਗ ਹੈ ਇੱਕ ਤਰ੍ਹਾਂ ਦਾ ਰਿਸੋਰਸਿਸ ਨੂੰ ਐਲੋਕੇਟ ਕਰਨਾ ਆ, ਰਿਸੋਰਸਿਸ ਨੂੰ ਇਸ ਢੰਗ ਨਾਲ ਵਰਤਣਾ ਆ, ਯੂਜ਼ ਕਰਨਾ ਆ ਤਾਂ ਕਿ ਆਪਣੇ ਬਿਜ਼ਨਸ ਦੇ ਆਪਣੇ ਪਰਪਸ ਦੇ ਜਿਹੜੇ ਉਹਨਾਂ ਦਾ ਸਹੀ ਤਰੀਕੇ ਨਾਲ ਆਬਜੈਕਟਿਵ ਆ, ਜਿਹੜਾ ਏਮ ਆ, ਉਹ ਸਕਸੈਸਫੁਲੀ ਪੂਰਾ ਹੋ ਜਾਵੇ, ਵੱਧ ਤੋਂ ਵੱਧ ਪ੍ਰੋਫਿਟ ਹੋਵੇ, ਘੱਟ ਤੋਂ ਘੱਟ ਲਾਸ ਹੋਵੇ। ਹੁਣ ਇਹਨੂੰ ਲੀਨੀਅਰ ਕਿਉਂ ਕਹਿੰਦੇ ਆ? ਦਿਸ ਵਰਡ ਇਜ਼ ਯੂਜ਼ਡ ਟੂ ਸ਼ੋ ਦਾ ਰਿਲੇਸ਼ਨਸ਼ਿਪ ਬਿਟਵੀਨ ਦਾ ਡਿਸੀਜਨ ਵੇਰੀਏਬਲਸ ਵਿਚ ਆਰ ਡਾਇਰੈਕਟਲੀ ਪ੍ਰਪੋਰਸ਼ਨਲ। ਹੁਣ ਇਹਦੇ ਵਿੱਚ ਇੱਕ ਤਰ੍ਹਾਂ ਪਹਿਲਾਂ ਤਾਂ ਵੇਰੀਏਬਲਸ ਹੁੰਦੇ ਆ, ਡਿਸੀਜਨ ਵੇਰੀਏਬਲਸ ਨੇ। ਡਿਸੀਜਨ ਵੇਰੀਏਬਲਸ ਨੇ ਅਜਿਹੇ ਵੇਰੀਏਬਲਸ ਨੇ ਜਿਹੜੇ ਆਪਾਂ ਡਾਇਰੈਕਟਲੀ ਲੈਟ ਕਰਦੇ ਆ ਆਪਣੇ ਵੇਰੀਏਬਲਸ ਜਿਹੜੇ ਪੈਰਾਮੀਟਰਸ ਨੂੰ ਰਿਪਰੈਜ਼ੈਂਟ ਕਰਦੇ ਆ। ਫੋਰ ਐਗਜ਼ਾਮਪਲ ਤੇ ਇੱਕੋ ਐਗਜ਼ਾਮਪਲ ਮਨ ਦੇ ਵਿੱਚ ਲੈ ਕੇ ਚੱਲਿਓ ਜਿਹੜੀ ਤੁਹਾਡੀ ਹੈਲਪ ਕਰੇਗੀ ਪ੍ਰੋਬਲਮਸ ਨੂੰ ਪਾਰਟਿਕੂਲਰਲੀ ਸਮਝਣ ਦੇ ਵਿੱਚ। ਜਿਵੇਂ ਮੈਂ ਕੱਲ ਐਗਜ਼ਾਮਪਲ ਲਈ ਸੀ, ਕੱਲ ਆਪਾਂ ਨੇ ਐਗਜ਼ਾਮਪਲ ਡਿਸਕਸ ਕੀਤੀ ਸੀ ਕਿ ਇੱਕ ਟੇਲਰ ਹੈ, ਉਹਦੇ ਕੋਲੇ ਰਿਸੋਰਸ ਕੀ ਆ? ਕੱਪੜਾ ਆ। ਇੱਕ ਵੱਡੇ ਮਟੀਰੀਅਲ ਦੇ ਵਿੱਚ, ਵੱਡੀ ਫਾਰਮ ਦੇ ਵਿੱਚ, ਰੋਲ ਦੇ ਵਿੱਚ ਕੱਪੜਾ ਆ, ਠੀਕ ਹੈ, ਉਹ ਉਹਦਾ ਰਿਸੋਰਸ ਹੈ। ਉਹਨੇ ਉਸ ਕੱਪੜੇ ਦੇ ਵਿੱਚੋਂ ਅਲੱਗ-ਅਲੱਗ ਮਟੀਰੀਅਲ ਦੇ ਹਿਸਾਬ ਨਾਲ ਅਲੱਗ-ਅਲੱਗ ਤਰੀਕੇ ਦੇ ਨਾਲ ਸ਼ਰਟਸ, ਪੈਂਟਸ, ਹੈਂਕੀ ਵਗੈਰਾ ਤਿਆਰ ਕਰਨੇ ਆ। ਹੁਣ ਉਹ ਕੁਝ ਕੁ ਵੇਰੀਏਬਲਸ ਡਿਫਾਈਨ ਕਰੇਗਾ। ਲੈਟ x1 ਕੀ ਹੋ ਗਿਆ? ਸ਼ਰਟ ਹੋ ਗਈ। ਲੈਟ x2 ਕੀ ਹੋ ਗਿਆ? ਪੈਂਟ ਹੋ ਗਈ। ਲੈਟ x3 ਕੀ ਹੋ ਗਿਆ? ਇੱਧਰ ਸਮਝ ਲਓ ਰਾਜੇ, ਹਲੇ ਉਹਨੂੰ ਬੰਦ ਹੀ ਕਰ ਦਿਓ ਭਾਵੇਂ, ਕੋਈ ਪ੍ਰੋਬਲਮ ਨਹੀਂ। ਸਟਾਰਟ ਕੱਲ ਕਲਾਸ ਨਹੀਂ ਨਾ ਲਗਾਈ। ਲੈਟ ਕਰਦੇ ਆ ਆਪਾਂ ਟੇਲਰ ਹੈ, ਟੇਲਰ ਦੇ ਕੋਲੇ ਆਪਾਂ ਲੀਨੀਅਰ ਸ਼ਬਦ ਦੀ ਗੱਲ ਕਰ ਰਹੇ ਹਾਂ ਵੀ ਇਹਨੂੰ ਲੀਨੀਅਰ ਕਿਉਂ ਕਹਿੰਦੇ ਆ। ਲੈਟ ਕਰਦੇ ਆ ਪਹਿਲੀ ਗੱਲ ਤਾਂ ਕਿ ਟੇਲਰ ਹੈ, ਟੇਲਰ ਦੇ ਕੋਲੇ ਰਿਸੋਰਸ ਕੀ ਆ? ਕੱਪੜਾ ਆ। ਉਸ ਕੱਪੜੇ ਦੇ ਵਿੱਚੋਂ ਉਹਨੇ ਕੀ ਬਣਾਉਣਾ? ਪੈਂਟ ਬਣਾਉਣੀਆਂ ਨੇ, ਸ਼ਰਟਸ ਬਣਾਉਣੀਆਂ ਨੇ, ਹੈਂਕੀ ਬਣਾਉਣੇ ਆ। ਉਹ ਆਪਣੇ ਕੋਲੇ ਲੀਨੀਅਰ ਸ਼ਬਦ ਦੀ ਵਰਤੋਂ ਕਿਉਂ ਕਰਦਾ? ਉਹ ਇੱਕ ਤਰ੍ਹਾਂ ਨਾਲ ਪਹਿਲਾਂ ਤਾਂ ਵੇਰੀਏਬਲਸ ਮੰਨਦਾ ਆ, ਡਿਸੀਜਨ ਵੇਰੀਏਬਲਸ ਇੱਕ ਸ਼ਬਦ ਆਇਆ ਇਹਦੇ ਵਿੱਚ, ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਡਿਸੀਜਨ ਵੇਰੀਏਬਲਸ। ਡਿਸੀਜਨ ਵੇਰੀਏਬਲਸ ਜਿਹੜੇ ਨੇ ਉਹ ਮੰਨਦਾ ਆ ਕਿ ਮੰਨ ਲਓ ਸ਼ਰਟ ਨੂੰ ਉਹਨੇ x1 ਕਹਿਤਾ, ਪੈਂਟ ਨੂੰ ਉਹਨੇ x2 ਕਹਿਤਾ, ਹੈਂਕੀ ਨੂੰ ਉਹਨੇ x3 ਕਹਿਤਾ, ਤਾਂ ਇਹ ਉਹਦੇ ਡਿਸੀਜਨ ਵੇਰੀਏਬਲਸ ਹੋ ਗਏ। ਪਹਿਲਾਂ ਤਾਂ ਉਹ ਕੱਪੜੇ ਦੇ ਹਿਸਾਬ ਨਾਲ ਇੱਕ ਲੀਨੀਅਰ ਇਕੁਏਸ਼ਨ ਬਣਾਊਗਾ ਕਿ ਸ਼ਰਟ ਨੂੰ ਕੱਪੜਾ ਲੱਗਦਾ ਜੀ 1 ਮੀਟਰ, ਪੈਂਟ ਨੂੰ ਕੱਪੜਾ ਲੱਗਦਾ 1.5 ਮੀਟਰ, ਹੈਂਕੀ ਨੂੰ ਕੱਪੜਾ ਲੱਗਦਾ ਆ 0.4 ਮੀਟਰ। ਤਾਂ ਉਹ ਕੱਪੜੇ ਦੇ ਹਿਸਾਬ ਨਾਲ ਇੱਕ ਲੀਨੀਅਰ ਇਕੁਏਸ਼ਨ ਜੀ ਬਣਾ ਲਊਗਾ। ਫਿਰ ਉਹ ਪ੍ਰੋਫਿਟ ਦੇ ਹਿਸਾਬ ਨਾਲ ਬਣਾਊਗਾ ਵੀ ਮੈਨੂੰ ਸ਼ਰਟ 'ਤੇ ਪ੍ਰੋਫਿਟ ਮਿਲਦਾ 100 ਰੁਪੀਜ਼, ਅਤੇ ਪੈਂਟ 'ਤੇ ਪ੍ਰੋਫਿਟ ਮਿਲਦਾ 150 ਰੁਪਏ, ਹੈਂਕੀ 'ਤੇ ਪ੍ਰੋਫਿਟ ਮਿਲਦਾ 20 ਰੁਪਏ। ਤਾਂ ਉਹ ਇੱਕ ਲੀਨੀਅਰ ਇਕੁਏਸ਼ਨ ਜੀ ਬਣਾ ਲਊਗਾ ਪ੍ਰੋਫਿਟ ਦੇ ਹਿਸਾਬ ਨਾਲ। ਫਿਰ ਉਹ ਖਰਚੇ ਦੇ ਹਿਸਾਬ ਨਾਲ ਇੱਕ ਲੀਨੀਅਰ ਇਕੁਏਸ਼ਨ ਜੀ ਬਣਾ ਲਊਗਾ ਕਿ ਸ਼ਰਟ 'ਤੇ ਖਰਚਾ ਆਉਂਦਾ 70 ਰੁਪਏ, ਪੈਂਟ 'ਤੇ ਖਰਚਾ ਆਉਂਦਾ ਮੇਰਾ 80 ਰੁਪਏ, ਹੈਂਕੀ 'ਤੇ ਖਰਚਾ ਆਉਂਦਾ 10 ਰੁਪਏ। ਇਸ ਤਰੀਕੇ ਨਾਲ ਉਹ ਖਰਚੇ ਦੇ ਹਿਸਾਬ ਨਾਲ, ਲੋਸ ਦੇ ਹਿਸਾਬ ਨਾਲ ਇੱਕ ਇਕੁਏਸ਼ਨਾਂ ਜਿਹੀਆਂ ਬਣਾ ਲਊਗਾ। ਸੋ ਇਹ ਜਿਹੜੇ ਡਿਸੀਜਨ ਵੇਰੀਏਬਲਸ ਨੇ ਇਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੇ ਨੇ। ਫੋਰ ਐਗਜ਼ਾਮਪਲ ਇਫ ਵੀ ਇਨਕਰੀਜ਼ ਦਾ ਪ੍ਰੋਡਕਸ਼ਨ ਆਫ ਦਾ ਪ੍ਰੋਡਕਟ, ਜੇ ਆਪਾਂ ਪ੍ਰੋਡਕਟ ਦੀ ਪ੍ਰੋਡਕਸ਼ਨ ਇਨਕਰੀਜ਼ ਕਰਦੇ ਹਾਂ, ਇਟ ਵਿਲ ਪ੍ਰਪੋਰਸ਼ਨੇਟ ਇਨਕਰੀਜ਼ ਦਾ ਪ੍ਰੋਫਿਟ। ਪਹਿਲੀ ਗੱਲ ਤਾਂ ਜੇ ਪ੍ਰੋਡਕਸ਼ਨ ਇਨਕਰੀਜ਼ ਕਰਾਂਗੇ, ਕੋਈ ਵੀ ਕੰਮ ਕਾਰ ਵਧਾਵਾਂਗੇ, ਆਪਣਾ ਪ੍ਰੋਫਿਟ ਇਨਕਰੀਜ਼ ਕਰੂਗਾ। ਦਾ ਕਾਲਡ ਦਾ ਲੀਨੀਅਰ ਰਿਲੇਸ਼ਨਸ਼ਿਪ, ਇਸ ਰਿਲੇਸ਼ਨਸ਼ਿਪ ਨੂੰ ਆਪਾਂ ਲੀਨੀਅਰ ਰਿਲੇਸ਼ਨਸ਼ਿਪ ਕਹਾਂਗੇ। ਇੱਕ ਹੁੰਦਾ ਡਾਇਰੈਕਟਲੀ ਪ੍ਰਪੋਰਸ਼ਨਲ, ਇੱਕ ਹੁੰਦਾ ਇਨਵਰਸਲੀ ਪ੍ਰਪੋਰਸ਼ਨਲ। ਪਹਿਲਾਂ ਤਾਂ ਇਹ ਦੋ ਵਰਡ ਕਲੀਅਰ ਕਰੋ, ਡਾਇਰੈਕਟਲੀ ਪ੍ਰਪੋਰਸ਼ਨਲ ਅਤੇ ਇਨਵਰਸਲੀ ਪ੍ਰਪੋਰਸ਼ਨਲ। ਤੁਸੀਂ ਮਕੈਨਿਕਸ ਦੇ ਵਿੱਚ ਚੀਜ਼ਾਂ ਪੜ੍ਹੀਆਂ ਨੇ। ਡਾਇਰੈਕਟਲੀ ਪ੍ਰਪੋਰਸ਼ਨਲ ਦਾ ਮਤਲਬ ਹੁੰਦਾ ਕਿਸੇ ਇੱਕ ਚੀਜ਼ ਦੇ ਵਧਣ ਦੇ ਨਾਲ ਦੂਜੀ ਚੀਜ਼ ਦਾ ਵੀ ਵਧਣਾ। ਇਨਵਰਸਲੀ ਪ੍ਰਪੋਰਸ਼ਨਲ ਦਾ ਮਤਲਬ ਹੁੰਦਾ ਇੱਕ ਚੀਜ਼ ਦੇ ਵਧਣ ਨਾਲ ਦੂਜੀ ਤੇ ਨੈਗੇਟਿਵਲੀ ਪ੍ਰਭਾਵ ਪੈਣਾ। ਜੇ ਇੱਕ ਚੀਜ਼ ਵੱਧਦੀ ਆ ਦੂਜੀ ਘਟਦੀ ਆ, ਜੇ ਇੱਕ ਚੀਜ਼ ਘਟਦੀ ਆ ਤਾਂ ਦੂਜੀ ਵੱਧਦੀ ਆ। ਤਾਂ ਜਿਹੜੇ ਡਾਇਰੈਕਟਲੀ ਜਿਹੜੇ ਡਿਸੀਜਨ ਵੇਰੀਏਬਲਸ ਨੇ ਇਹ ਡਾਇਰੈਕਟਲੀ ਪ੍ਰਪੋਰਸ਼ਨੇਟ ਨੇਗੇ। ਜੇ ਪ੍ਰੋਫਿਟ ਵੱਧਦਾ ਤਾਂ ਪ੍ਰੋਡਕਸ਼ਨ ਵੱਧਦੀ ਆ ਤਾਂ ਪ੍ਰੋਫਿਟ ਵੀ ਵੱਧਦਾ, ਜੇ ਪ੍ਰੋਡਕਸ਼ਨ ਘਟਦੀ ਆ ਤਾਂ ਪ੍ਰੋਫਿਟ ਵੀ ਘਟਦਾ। ਦੁਕਾਨਦਾਰ ਚੀਜ਼ਾਂ ਵੇਚੂਗਾ ਤਾਂ ਉਹਨੂੰ ਮੁਨਾਫਾ ਹੋਊਗਾ, ਦੁਕਾਨਦਾਰ ਚੀਜ਼ਾਂ ਹੀ ਨਹੀਂ ਵੇਚੂਗਾ ਤਾਂ ਉਹਨੂੰ ਮੁਨਾਫਾ ਨਹੀਂ ਹੋਣਾ। ਤਾਂ ਇਹ ਲੀਨੀਅਰ ਵੇਰੀਏਬਲ, ਲੀਨੀਅਰ
ਇਕੁਏਸ਼ਨ ਦੇ ਵਿੱਚ ਜਿਹੜੇ ਵੇਰੀਏਬਲਸ ਨੇ ਇਹ ਡਾਇਰੈਕਟਲੀ ਪ੍ਰਪੋਰਸ਼ਨੇਟ ਨੇ। ਇਸ ਚੈਪਟਰ ਦੇ ਵਿੱਚੋਂ ਬਹੁਤਾ ਕੁਝ ਨਹੀਂ ਨਿਕਲਣਾ। ਇਸ ਚੈਪਟਰ ਦੇ ਵਿੱਚੋਂ ਮੈਂ ਕੱਲ ਦੀ ਕਲਾਸ ਦੇ ਵਿੱਚ ਵੀ ਕਿਹਾ ਸੀ ਆਬਜੈਕਟਿਵ ਨੌਲੇਜ ਨਿਕਲੂਗੀ ਅਤੇ ਇਸ ਚੈਪਟਰ ਦੇ ਵਿੱਚੋਂ ਤੁਹਾਡੇ ਸ਼ਾਰਟ ਆਨਸਰਸ ਨਿਕਲਣਗੇ, ਥਿਊਰੀ ਵਾਲੇ ਸ਼ਾਰਟ ਆਨਸਰਸ ਨਿਕਲਣਗੇ, ਕੋਈ ਨੂਮੈਰੀਕਲ ਕੁਐਸਚਨ ਨਹੀਂ ਨਿਕਲਣਾ। ਠੀਕ ਹੈ, ਇਹਦੇ ਤੇ 3-4 ਦਿਨ ਲੱਗ ਸਕਦੇ ਨੇ ਪੜ੍ਹਨ ਨੂੰ, ਪਰ ਇੱਕ ਇੱਕ ਪੇਜ ਤੇ ਇੱਕ ਇੱਕ ਦਿਨ ਲੱਗ ਸਕਦਾ ਪੜ੍ਹਨ ਦੇ ਲਈ ਜੇ ਤੁਸੀਂ ਧਿਆਨ ਨਾਲ ਦੇਖ ਕੇ ਪੜ੍ਹਨਾ ਹੈ। ਦਿਨ ਨਹੀਂ, ਸੌਰੀ ਲੈਕਚਰ। ਦਿਨ ਦਾ ਮਤਲਬ 24 ਘੰਟੇ ਨਹੀਂ ਹੈਗਾ, ਇੱਕ ਲੈਕਚਰ ਦੀ ਗੱਲ ਕਰ ਰਹੇ ਹਾਂ 25-30 ਮਿੰਟ ਵਾਲਾ। ਹੁਣ ਗੱਲ ਕਰਦੇ ਹਾਂ ਪ੍ਰੋਗਰਾਮਿੰਗ ਕੀ ਹੁੰਦਾ। ਇਟ ਇੰਪਲਾਈਜ਼ ਦਾ ਪਲੈਨਿੰਗ ਆਫ ਐਕਟੀਵਿਟੀ। ਪ੍ਰੋਗਰਾਮਿੰਗ ਦਾ ਤਾਂ ਮਤਲਬ ਤੁਸੀਂ ਸਮਝ ਹੀ ਗਏ। ਪ੍ਰੋਗਰਾਮਿੰਗ ਦਾ ਮੀਨਿੰਗ ਕੀ ਹੁੰਦਾ, ਕਿਸੇ ਚੀਜ਼ ਦੀ ਪਲੈਨਿੰਗ ਕਰਨੀ ਆ, ਕੋਈ ਨੀਤੀ ਬਣਾਉਣੀ ਹੈ, ਕੋਈ ਕੰਮਕਾਰ ਕਰਨਾ ਹੈ। ਤੁਸੀਂ ਜੇ ਚਾਹ ਵੀ ਬਣਾਉਣੀ ਆ ਤਾਂ ਮਨ ਦੇ ਵਿੱਚ ਇੱਕ ਪਲਾਨ ਜਿਹਾ ਬਣਾ ਲੈਂਦੇ ਹੋ ਕਿ ਪਹਿਲਾਂ ਪਲਾਨ ਨੂੰ ਜਿਹੜਾ ਵੀ ਆਪਣਾ ਭਾਂਡਾ ਆ, ਬਰਤਨ ਆ ਜਿਹਦੇ ਵਿੱਚ ਚਾਹ ਬਣਾਉਣੀ ਆ ਉਹਨੂੰ ਸਾਫ਼ ਜਿਹਾ ਕਰਨਾ, ਉਹ 'ਚ ਪਾਣੀ ਗਰਮ ਕਰਨਾ, ਫਿਰ ਚਾਹ ਮਿੱਠਾ ਜਿੰਨਾ ਵੀ ਪਾਉਣਾ ਆ ਉਹਦੇ ਪੈਮਾਨੇ ਦੇ ਹਿਸਾਬ ਨਾਲ ਉਹ ਪਾਉਣਾ, ਗਰਮ ਕਰਨਾ, ਦੁੱਧ ਪਾਉਣਾ, ਉਹਨੂੰ ਗਰਮ ਹੋਣ ਦੇਣਾ ਆ। ਇਹ ਇੱਕ ਤੁਸੀਂ ਮਨ ਦੇ ਵਿੱਚ ਇੱਕ ਰਫ ਪਲਾਨ ਜਿਹਾ ਤਿਆਰ ਕਰ ਲਿਆ। ਤੁਸੀਂ ਭਾਵੇਂ ਸੋਚਦੇ ਵੀ ਨਹੀਂ ਹੈਗੇ ਵੀ ਇਹ ਕੰਮ ਇੱਦਾਂ ਕਰਨਾ, ਮਨ ਆਪੇ ਹੀ ਕਰਦਾ ਫਿਰਦਾ ਰਹਿੰਦਾ। ਜੇ ਤੁਸੀਂ ਸੁੱਤੇ ਉੱਠਦੇ ਹੋ ਸਵੇਰੇ, ਹਲੇ ਮਾਈਂਡ ਆਪਣਾ ਕੰਮ ਵੀ ਨਹੀਂ ਕਰਨ ਲੱਗਿਆ ਹੈਗਾ, ਆਪਾਂ ਫਰੈਸ਼ ਵੀ ਨਹੀਂ ਹੈ, ਤਾਂ ਵੀ ਆਪਣਾ ਮਨ ਕੀ ਆ, ਆਪਣੇ ਮਨ ਦੇ ਜਿਹੜੇ ਬੈਕਗਰਾਊਂਡ ਦੇ ਵਿੱਚ ਆਪਣੀਆਂ ਪਾਵਰਸ ਨੇ, ਆਪਾਂ ਬਰੱਸ਼ ਕਰਦੇ ਤੁਰੇ ਫਿਰੀ ਜਾਂਦੇ ਹਾਂ, ਹੈਂਡ ਵਾਸ਼ ਕਰਦੇ ਫਿਰੀ ਜਾਂਦੇ ਹਾਂ, ਮੂੰਹ ਧੋਂਦੇ ਫਿਰੀ ਜਾਂਦੇ ਹਾਂ। ਆਪਣਾ ਮਨ ਇੱਕ ਪਲੈਨਿੰਗ ਦੇ ਹਿਸਾਬ ਨਾਲ, ਇੱਕ ਪ੍ਰੋਗਰਾਮਿੰਗ ਦੇ ਹਿਸਾਬ ਨਾਲ ਕੰਮ ਕਰਦਾ ਤੁਰਿਆ ਫਿਰੀ ਜਾਂਦਾ। ਇਸ ਚੀਜ਼ ਨੂੰ ਆਪਾਂ ਇੱਕ ਪ੍ਰੋਗਰਾਮਿੰਗ ਕਹਿ ਦਿੰਦੇ ਹਾਂ ਕਿ ਆਪਾਂ ਇੱਕ ਪ੍ਰੋਗਰਾਮ ਸੈੱਟ ਕੀਤਾ ਹੋਇਆ ਆਪਣੇ ਮਾਈਂਡ ਨੇ। ਹੁਣ ਆਪਣੇ ਇਸ ਬੁੱਕ ਦੇ ਵਿੱਚ ਪ੍ਰੋਗਰਾਮਿੰਗ ਕਿਹਨੂੰ ਕਹਾਂਗੇ? ਇਟ ਇੰਪਲਾਈਜ਼ ਦਾ ਪਲੈਨਿੰਗ ਆਫ ਐਕਟੀਵਿਟੀਜ਼ ਇਨ ਸੱਚ ਏ ਵੇ ਦੈਟ ਐਕਟੀਵਿਟੀਜ਼ ਵਿਦ ਅਵੇਲੇਬਲ ਰਿਸੋਰਸਿਸ ਯੀਲਡ ਆਪਟੀਮਲ ਰਿਜ਼ਲਟਸ। ਯੀਲਡ ਦਾ ਮਤਲਬ ਕੀ ਹੁੰਦਾ, ਕੋਈ ਦੱਸ ਸਕਦਾ? ਹਾਂਜੀ, ਬੜਾ। ਯੀਲਡ ਦਾ ਮਤਲਬ ਹੁੰਦਾ ਪ੍ਰਦਾਨ ਕਰਨਾ, ਦੇਣਾ, ਪ੍ਰਾਪਤ ਕਰਨਾ, ਕਿ ਜਿਹੜੇ ਰਿਸੋਰਸਿਸ ਨੇ ਉਹ ਯੀਲਡ ਕਰਨ ਆਪਟੀਮਲ ਰਿਜ਼ਲਟਸ, ਰਿਸੋਰਸਿਸ ਦੇਣ ਆਪਾਂ ਨੂੰ ਆਪਟੀਮਲ ਰਿਜ਼ਲਟਸ। ਅਜਿਹੇ ਸੱਚੇ ਵੇ ਦਾ ਮਤਲਬ ਹੁੰਦਾ ਅਜਿਹੇ ਢੰਗ ਨਾਲ ਕਿ ਆਪਾਂ ਇੰਪਲਾਈ ਕਰੀਏ, ਬਣਾਈਏ, ਪਲੈਨਿੰਗ ਪ੍ਰੋਗਰਾਮਿੰਗ ਨੀਤੀ ਜਿਹੇ ਤਰੀਕੇ ਨਾਲ ਬਣਾਈਏ ਤਾਂ ਕਿ ਜਿਹੜੇ ਰਿਸੋਰਸਿਸ ਨੇ ਆਪਣੇ ਕੋਲ ਸੋਮੇ ਨੇਗੇ, ਜਿਹੜਾ ਵੀ ਭੰਡਾਰ ਆ, ਸਟਾਕ ਹੈ, ਉਹ ਆਪਾਂ ਨੂੰ ਦਵੇ ਆਪਟੀਮਲ ਰਿਜ਼ਲਟਸ, ਵਧੀਆ ਰਿਜ਼ਲਟ, ਵਧੀਆ ਤੋਂ ਵਧੀਆ ਨਤੀਜੇ ਪ੍ਰਦਾਨ ਕਰੇ। ਇਫ ਕ੍ਰਾਈਟੀਰੀਆ ਆਫ ਇਫੈਕਟਿਵਨੈਸ ਇਫ ਇਜ਼ ਪ੍ਰੋਫਿਟ, ਜੇ ਆਪਾਂ ਪ੍ਰੋਫਿਟ ਦੀ ਨਿਗਾਹ ਨਾਲ ਸੋਚਦੇ ਹਾਂ ਦੈਨ ਇਟ ਵਿਲ ਮੈਕਸੀਮਾਈਜ਼, ਤਾਂ ਪ੍ਰੋਫਿਟ ਵੱਧ ਤੋਂ ਵੱਧ ਹੋਵੇ। ਐਂਡ ਇਫ ਦਾ ਕ੍ਰਾਈਟੀਰੀਆ ਆਫ ਇਫੈਕਟਿਵਨੈਸ ਇਜ਼ ਕਾਸਟ, ਜੇ ਖਰਚੇ ਦੀ ਨਿਗਾਹ ਨਾਲ ਸੋਚਦੇ ਹਾਂ ਦੈਨ ਇਟ ਵਿਲ ਮਿਨੀਮਾਈਜ਼, ਤਾਂ ਖਰਚਾ ਘੱਟ ਤੋਂ ਘੱਟ ਹੋਣਾ ਚਾਹੀਦਾ। Therefore, linear programming states the planning of decision variables which are directly proportional to achieve desired optimal results, or linear programming involves the planning of activities, ਜਿਹੜੀਆਂ ਐਕਟੀਵਿਟੀਜ਼ ਨੇ, ਜਿਹੜੇ ਵੀ ਕੰਮਕਾਰ ਨੇ, ਉਹਨਾਂ ਦੀ ਪਲੈਨਿੰਗ ਆ, ਉਹਨਾਂ ਦੀ ਪ੍ਰੋਗਰਾਮਿੰਗ ਆ, ਉਹਨਾਂ ਦੀ ਨੀਤੀ ਆ, ਇਹਦੇ ਵਿੱਚ ਅਜਿਹੀ ਢੰਗ ਨਾਲ ਕੰਮ ਕਰਨ ਦੀ ਸਮਰੱਥਾ ਆ to obtain an optimal result, optimal ਵਧੀਆ ਤੋਂ ਵਧੀਆ ਨਤੀਜੇ ਸਾਹਮਣੇ ਲੈ ਕੇ ਆਉਣ ਦੀ ਸਮਰੱਥਾ ਆ। ਇਸ ਕੰਮਕਾਰ ਨੂੰ ਆਪਾਂ ਲੀਨੀਅਰ ਪ੍ਰੋਗਰਾਮਿੰਗ ਕਹਿੰਦੇ ਆ। ਇਹਦੇ ਵਿੱਚ ਆ ਥੋੜਾ ਬਹੁਤਾ ਕੁਝ ਦੱਸਿਆ ਹੋਇਆ, ਤੁਸੀਂ ਇਹ ਰੀਡ ਆਊਟ ਕਰ ਲਿਓ। ਮੈਂ ਅੱਗੇ ਚੱਲਦਾ। ਆਬਜੈਕਟਿਵ ਫੰਕਸ਼ਨ। ਆਬਜੈਕਟਿਵ ਫੰਕਸ਼ਨ ਕੀ ਹੁੰਦਾ? in order to optimize, maximize ਜਾਂ minimize results ਐਨ LPP। ਹੁਣ ਅੱਗੇ ਤੋਂ ਆਪਾਂ ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ ਨਹੀਂ ਬੋਲਿਆ ਕਰਾਂਗੇ, ਸ਼ਾਰਟ ਫਾਰਮ ਦੇ ਵਿੱਚ LPP ਬੋਲਿਆ ਕਰਾਂਗੇ। LPP ਦੀ ਫੁੱਲ ਫਾਰਮ ਕੀ ਹੋ ਜਾਊਗੀ? ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ, LPP। ਸੋ ਇਨ ਆਰਡਰ ਟੂ ਆਪਟੀਮਾਈਜ਼ ਦਾ ਮਤਲਬ ਹੁੰਦਾ ਵਧੀਆ ਤੋਂ ਵਧੀਆ ਨਤੀਜਾ ਸਾਹਮਣੇ ਕੱਢ ਕੇ ਲੈ ਕੇ ਆਉਣਾ। ਪ੍ਰੋਫਿਟ ਦੇ ਕੇਸ ਦੇ ਵਿੱਚ ਮੈਕਸੀਮਾਈਜ਼ ਜਾਂ ਕਾਸਟ ਦੇ ਕੇਸ ਦੇ ਵਿੱਚ ਮਿਨੀਮਾਈਜ਼। ਰਿਜ਼ਲਟਸ ਐਂਡ LPP ਮਸਟ ਸ਼ੋਜ਼ ਹੈ ਕਲੀਅਰਲੀ ਡਿਫਾਈਨਡ ਆਬਜੈਕਟਿਵ ਜਾਂ ਗੋਲ। ਅਜਿਹਾ ਫੰਕਸ਼ਨ ਜਿਹੜਾ ਆਪਣੇ ਗੋਲ ਨੂੰ, ਆਪਣੇ ਏਮ ਨੂੰ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਡਿਫਾਈਨ ਕਰਦਾ ਆ। ਅਲਟਰਨੇਟ ਕੋਰਸ ਆਫ ਐਨ ਐਕਸ਼ਨ,
an optimal course of an action is to be selected out of available course of action। ਇਸ ਕੰਮ ਦੇ ਬਜਾਏ ਆਪਾਂ ਕੋਈ ਹੋਰ ਪਲਾਨ ਬੀ ਵੀ ਸਾਹਮਣੇ ਰੱਖ ਸਕਦੇ ਆ, ਉਹਨੂੰ ਆਪਾਂ ਅਲਟਰਨੇਟ ਕੋਰਸ ਆਫ ਐਕਸ਼ਨ ਕਹਾਂਗੇ ਕਿ ਜੇ ਇਹ ਫੰਕਸ਼ਨ ਦਾ ਕਰਨਾ ਹੀ ਕਰਨਾ, ਆਪਾਂ ਨੇ ਇਹ ਏਮ ਤਾਂ ਪੂਰਾ ਕਰਨਾ ਹੀ ਕਰਨਾ, ਇਹਦੀ ਬਜਾਏ ਆਪਾਂ ਆਹ ਪਲਾਨ ਬੀ ਵੀ ਸਾਹਮਣੇ ਰੱਖ ਕੇ ਚੱਲਾਂਗੇ, ਇਹਨੂੰ ਆਪਾਂ ਅਲਟਰਨੇਟ ਕੋਰਸ ਆਫ ਐਕਸ਼ਨ ਕਹਾਂਗੇ। ਹੁਣ ਆ ਗਈ ਗੱਲਬਾਤ ਕੰਸਟ੍ਰੇਂਟਸ ਦੀ। ਕੱਲ ਮੈਂ ਕੰਸਟ੍ਰੇਂਟਸ ਬਾਰੇ ਜਦੋਂ ਵੀ ਕੰਸਟ੍ਰੇਂਟ ਸ਼ਬਦ ਆਇਆ ਸੀ ਤੁਹਾਨੂੰ ਕਹਿ ਦਿੱਤਾ ਸੀ ਵੀ ਹਲੇ ਨਾ ਗੱਲ ਕਰੋ। ਹੁਣ ਆਪਾਂ ਕੰਸਟ੍ਰੇਂਟ ਬਾਰੇ ਗੱਲ ਕਰਦੇ ਹਾਂ। देयर मस्ट बी सम रिस्ट्रिक्शंस। ਹੁਣੀ ਮੈਂ ਤੁਹਾਨੂੰ ਟੇਲਰ ਵਾਲੀ ਗੱਲਬਾਤ ਦੱਸ ਕੇ ਹਟਿਆ ਸੀਗਾ। ਕੀ ਦੱਸਿਆ ਸੀ ਟੇਲਰ ਬਾਰੇ ਕਿ ਟੇਲਰ ਦੇ ਕੋਲੇ ਇੱਕ ਰਿਸੋਰਸ ਆ, ਇੱਕ ਸੋਮਾ ਆ, ਉਹਨੇ ਡਿਸੀਜਨ ਵੇਰੀਏਬਲ ਮੰਨ ਲਏ, ਉਹਨੇ 2-3 ਇਕੁਏਸ਼ਨਾਂ ਬਣਾ ਲਈਆਂ। ਪਹਿਲਾਂ ਉਹਨੇ ਕੱਪੜੇ ਦੇ ਹਿਸਾਬ ਨਾਲ ਇਕੁਏਸ਼ਨ ਬਣਾ ਲਈ ਵੀ ਇੰਨੇ ਮੀਟਰ ਕੱਪੜਾ ਲੱਗਦਾ ਪੈਂਟ ਤੇ, ਇੰਨੇ ਮੀਟਰ ਕੱਪੜਾ ਲੱਗਦਾ ਸ਼ਰਟ ਤੇ, ਇੰਨੇ ਕੁ ਮੀਟਰ ਕੱਪੜਾ ਲੱਗਦਾ ਹੈਂਕੀ ਤੇ, ਉਹਦੇ ਅਕੋਰਡਿੰਗ ਇੱਕ ਕੰਸਟ੍ਰੇਂਟ ਬਣਾ ਲਈ। ਫਿਰ ਉਹਨੇ ਪ੍ਰੋਫਿਟ ਦੇ ਅਕੋਰਡਿੰਗ ਇੱਕ ਇਕੁਏਸ਼ਨ ਬਣਾ ਲਈ ਕਿ ਇੰਨਾ ਪ੍ਰੋਫਿਟ ਹੁੰਦਾ ਸ਼ਰਟ ਤੇ, ਇੰਨਾ ਪ੍ਰੋਫਿਟ ਹੁੰਦਾ ਪੈਂਟ ਤੇ, ਇੰਨਾ ਪ੍ਰੋਫਿਟ ਹੁੰਦਾ ਹੈਂਕੀ ਤੇ, ਉਹਦੀ ਇੱਕ ਇਕੁਏਸ਼ਨ ਬਣਾ ਲਈ। ਫਿਰ ਉਹਨੇ ਇਕੁਏਸ਼ਨ ਬਣਾ ਲਈ ਕੋਸਟ ਤੇ ਕਿ ਇੰਨਾ ਕੁ ਖਰਚਾ ਆਉਂਦਾ ਮੇਰਾ ਸ਼ਰਟ ਤੇ, ਇੰਨਾ ਕੁ ਖਰਚਾ ਆਉਂਦਾ ਮੇਰਾ ਪੈਂਟ ਤੇ, ਇੰਨਾ ਕੁ ਖਰਚਾ ਆਉਂਦਾ ਹੈਂਕੀ ਤੇ। ਇਹ ਜਿਹੜੀਆਂ ਇਕੁਏਸ਼ਨਾਂ ਬਣਦੀਆਂ ਜਾ ਰਹੀਆਂ ਨੇ ਅਲੱਗ-ਅਲੱਗ ਚੀਜ਼ਾਂ ਦੇ ਅਕੋਰਡਿੰਗ, ਅਲੱਗ-ਅਲੱਗ ਚੀਜ਼ਾਂ ਨਾ ਕਹਾਂ ਮੈਂ, ਅਲੱਗ-ਅਲੱਗ ਪੈਰਾਮੀਟਰਸ ਦੇ ਅਕੋਰਡਿੰਗ, ਇਹੀ ਕੰਸਟ੍ਰੇਂਟਸ ਨੇ। ਰਿਸਟ੍ਰਿਕਸ਼ਨ ਨੇ। ਰਿਸਟ੍ਰਿਕਸ਼ਨ ਦਾ ਮਤਲਬ ਕੀ ਆ, ਹੁਣ ਕਈ ਵਾਰੀ ਕੀ ਹੋ ਜਾਂਦਾ, ਕੋਸਟ ਹੋ ਜਾਂਦੀ ਹੈ ਵੀ ਤੁਹਾਡੀ ਜੇਬ ਦੇ ਵਿੱਚ ਤਾਂ ਸਿਰਫ 2000 ਰੁਪਈਆ ਹੀ ਆ, ਤੁਸੀਂ 2000 ਦੇ ਹਿਸਾਬ ਨਾਲ ਵੱਧ ਤੋਂ ਵੱਧ ਸਮਾਨ ਦੇਖੋ ਕੀ ਖਰੀਦ ਸਕਦੇ ਹੋ। ਤਾਂ ਫਿਰ ਉਹ ਦੇਖੂਗਾ ਵੀ ਮੈਂ ਸ਼ਾਪਿੰਗ ਕਰਨ ਚੱਲਿਆ, ਮੈਂ ਪੈਨ ਵੀ ਖਰੀਦਣੇ ਨੇ, ਬੁੱਕਸ ਵੀ ਖਰੀਦਣੀਆਂ ਨੇ, ਮੈਂ ਜੀ ਰੀਚਾਰਜ ਵੀ ਕਰਾਉਣਾ ਆ, ਲੈਸ ਦੈਨ ਇਕੁਅਲ ਟੂ 2000। ਇਹੀ ਹੋ ਗਿਆ, ਮੈਂ ਰੀਚਾਰਜ ਵੀ ਕਰਾਉਣਾ, ਮੈਂ ਪੈਨ ਵੀ ਖਰੀਦਣਾ ਆ, ਮੈਂ ਹੈਂਕੀ ਵੀ ਖਰੀਦਣਾ ਆ, ਲੈਸ ਦੈਨ ਇਕੁਅਲ ਟੂ 2000। ਇਹਦਾ ਮਤਲਬ ਕੀ ਹੋਇਆ, ਸਾਰੀਆਂ ਚੀਜ਼ਾਂ ਦੇ ਪੈਸਾ ਖਰਚ ਕਰਕੇ ਲੈਸ ਦੈਨ ਇਕੁਅਲ ਟੂ 2000 ਆਉਣਾ ਚਾਹੀਦਾ, ਕਿਉਂਕਿ 2000 ਜਾਂ ਪੂਰਾ ਵੀ ਖਰਚ ਕਰ ਸਕਦਾ ਮੈਂ, 2000 ਤੋਂ ਘੱਟ ਵੀ ਖਰਚ ਸਕਦਾ। ਇਹ ਰੈਸਟ੍ਰਿਕਸ਼ਨ ਹੋ ਗਈ। ਇੱਕ ਗੱਲ ਤਾਂ ਇਹ ਹੋ ਗਈ। ਦੂਜੇ ਨੰਬਰ ਤੇ ਕੀ ਹੋ ਗਿਆ, ਕੈਲਰੀਜ਼ ਬਰਨ ਕਰਨੀਆਂ। ਤੁਹਾਨੂੰ ਐਕਸਰਸਾਈਜ਼ ਕਰਨ ਨੂੰ ਦੇਤੀ ਕਿ ਸਾਹਿਲ ਉੱਠ ਜਿਮ ਜਾ, ਐਕਸਰਸਾਈਜ਼ ਕਰ, ਤੈਂ 2000 ਕੈਲਰੀਜ਼ ਬਰਨ ਕਰਨੀਆਂ ਨੇ। ਹੁਣ ਜਦੋਂ ਆਪਾਂ ਤੁਰਦੇ ਫਿਰਦੇ ਹਾਂ, ਆਪਣੇ ਸਮਾਰਟ ਵਾਚ ਲੱਗੀ ਹੋਈ ਆ ਜਾਂ ਆਪਣੇ ਕੋਈ ਸਮਾਰਟ ਬੈਂਡ ਲੱਗਿਆ ਹੋਇਆ, ਫਿਟਨੈਸ ਬੈਂਡ ਲੱਗਿਆ ਹੋਇਆ, ਜਾਂ ਆਪਣੇ ਮੋਬਾਈਲ ਦੇ ਵਿੱਚ ਹੈਲਥ ਐਪਸ ਆ ਰਹੀਆਂ ਨੇ ਅੱਜ ਕੱਲ੍ਹ, ਠੀਕ ਹੈ, ਇਹਨਾਂ ਦੇ ਉੱਪਰ ਜਦੋਂ ਆਪਾਂ ਤੁਰਦੇ ਫਿਰਦੇ ਹਾਂ, ਐਕਟੀਵਿਟੀ ਕਰਦੇ ਹਾਂ, ਕਿੰਨੇ ਸਟੈਪ ਤੁਰਦੇ ਹਾਂ, ਇਹਨਾਂ ਦੇ ਉੱਪਰ ਲਿਖਿਆ ਆ ਜਾਂਦਾ ਵੀ ਤੁਸੀਂ ਕਿੰਨੀਆਂ ਕੈਲਰੀਜ਼ ਬਰਨ ਕਰਨੀਆਂ। ਜੇ ਆਪਾਂ ਇੱਕੋ ਹੀ ਜਗ੍ਹਾ ਤੇ ਖੜੇ ਰਹਾਂਗੇ, ਬੈਠੇ ਰਹਾਂਗੇ, ਕੈਲਰੀ ਬਰਨ ਨਹੀਂ ਹੋਣੀ। ਜੇ ਆਪਾਂ ਤੁਰਾਂ ਫਿਰਾਂਗੇ ਕੈਲਰੀ ਬਰਨ ਹੋਊਗੀ। ਜਿੰਨਾ ਜ਼ਿਆਦਾ ਤੁਰਾਂਗੇ ਉਨੀਆਂ ਜ਼ਿਆਦਾ ਕੈਲਰੀਜ਼ ਬਰਨ ਹੋਣਗੀਆਂ। ਜੇ ਮੈਂ ਤੁਹਾਨੂੰ ਹੋਮਵਰਕ ਦਿੱਤਾ, ਅਸਾਈਨਮੈਂਟ ਦਿੱਤੀ, ਫਿਜ਼ੀਕਲ ਵਾਲੇ ਕਿਸੇ ਟੀਚਰ ਨੇ ਅਸਾਈਨਮੈਂਟ ਦਿੱਤੀ ਕਿ ਤੁਸੀਂ ਕੈਲਰੀਜ਼ ਬਰਨ ਕਰਨੀਆਂ ਨੇ, ਤਾਂ ਇਹਦਾ ਮਤਲਬ ਕੀ ਹੋ ਜਾਊਗਾ, ਕੈਲਰੀਜ਼ ਬਰਨ ਕਰਨੀਆਂ ਨੇ। ਇਹ ਸੋਚੂਗਾ ਮੈਂ ਪੈਦਲ ਵੀ ਚੱਲ ਲੈਣਾ, ਮੈਂ ਜਿਮ ਜਾ ਕੇ ਐਕਸਰਸਾਈਜ਼ ਵੀ ਕਰ ਲੈਣਾ, ਠੀਕ ਹੈ, ਮੈਂ ਸਾਈਕਲ ਵੀ ਚਲਾ ਲੈਣਾ, ਮੈਂ 3 ਤਰ੍ਹਾਂ ਦੇ ਕੰਮ ਕਰ ਲੈਣਾ। ਗ੍ਰੇਟਰ ਦੈਨ ਇਕੁਅਲ ਟੂ 2000 ਕਿ 2000 ਕੈਲਰੀਜ਼ ਵੀ ਬਰਨ ਕਰ ਸਕਦਾ ਜਾਂ ਉਹ ਤੋਂ ਵੱਧ ਵੀ ਕਰ ਸਕਦਾ। ਇਹ ਰੈਸਟ੍ਰਿਕਸ਼ਨ ਹੋ ਗਈ। ਇਹ ਜਿਹੜੀਆਂ ਰੈਸਟ੍ਰਿਕਸ਼ਨ ਨੇ ਇਹਨਾਂ ਦੇ ਅਕੋਰਡਿੰਗ ਬਣੀਆਂ ਹੋਈਆਂ ਇਕੁਏਸ਼ਨਾਂ ਕੰਸਟ੍ਰੇਂਟ ਕਹਾਉਂਦੀਆਂ ਨੇ, ਠੀਕ ਹੈ। ਕੰਸਟ੍ਰੇਂਟ ਹਮੇਸ਼ਾ ਲੈਸ ਦੈਨ ਜਾਂ ਗ੍ਰੇਟਰ ਦੈਨ ਦੀ ਹੁੰਦੀ ਆ, ਕਦੇ ਕਦੇ ਇਕੁਅਲਟੀ ਦੀ ਵੀ ਹੁੰਦੀ ਆ। ਵੈਸੇ ਇਕੁਅਲ ਟੂ ਜਦੋਂ ਇਕੁਏਸ਼ਨ ਜਦੋਂ ਇਕੁਅਲ ਟੂ ਵਾਲੀ ਹੁੰਦੀ ਆ ਉਦੋਂ ਆਪਾਂ ਉਹਨੂੰ ਇਕੁਏਸ਼ਨ ਬੋਲਦੇ ਆ। ਜਦੋਂ ਨਾ ਮਤਲਬ ਮੰਨ ਲਓ ax ਪਲਸ by ਬਰਾਬਰ ਹੈ c ਦੇ, ਤਾਂ ਸੈਂਟਰ 'ਚ ਇਕੁਅਲ ਟੂ ਦਾ ਨਿਸ਼ਾਨ ਆ ਗਿਆ, ਉਦੋਂ ਆਪਾਂ ਉਹਨੂੰ ਇਕੁਏਸ਼ਨ ਬੋਲਦੇ ਹਾਂ। ਜਦੋਂ ਇਕੁਅਲ ਟੂ ਦੀ ਬਜਾਏ ਗ੍ਰੇਟਰ ਦੈਨ ਇਕੁਅਲ ਟੂ ਜਾਂ ਲੈਸ ਦੈਨ ਇਕੁਅਲ ਟੂ ਆ ਗਿਆ, ਜਾਂ ਸਟ੍ਰਿਕਟਲੀ ਗ੍ਰੇਟਰ ਦੈਨ ਜਾਂ ਲੈਸ ਦੈਨ ਇਕੁਅਲ ਟੂ ਆ ਗਿਆ, ਉਦੋਂ ਉਹਨੂੰ ਇਕੁਏਸ਼ਨ ਨਹੀਂ ਬੋਲਿਆ ਜਾਂਦਾ, ਉਹਨੂੰ ਇਨ ਇਕੁਏਸ਼ਨ ਬੋਲਿਆ ਜਾਂਦਾ ਹੁੰਦਾ। ਇਨ ਇਕੁਏਸ਼ਨ ਜਾਂ ਇਨ ਇਕੁਐਲਿਟੀ ਬੋਲਿਆ ਜਾਂਦਾ, IN ਲੱਗ ਜਾਂਦਾ ਉਹਦੇ ਨਾਲ ਕਿ ਇਕੁਐਲਿਟੀ ਨਹੀਂ ਹੈਗੀ, ਹੁਣ ਇਨ ਇਕੁਐਲਿਟੀ ਹੈ। ਉਸ ਇਨ ਇਕੁਐਲਿਟੀ ਨੂੰ ਆਪਾਂ LPP ਦੇ ਵਿੱਚ, ਲੀਨੀਅਰ ਪ੍ਰੋਗਰਾਮਿੰਗ ਦੇ ਵਿੱਚ ਕੰਸਟ੍ਰੇਂਟ ਬੋਲਦੇ ਹਾਂ, ਕਿਉਂਕਿ ਉਸ ਕੰਸਟ੍ਰੇਂਟ ਦੇ ਵਿੱਚ ਹੁਣ ਕੋਈ ਨਾ ਕੋਈ ਰੈਸਟ੍ਰਿਕਸ਼ਨ ਲੱਗੀ ਹੋਈ ਹੈ। ਰੈਸਟ੍ਰਿਕਸ਼ਨ ਦਾ ਮਤਲਬ ਕੀ ਹੁੰਦਾ,
रिस्ट्रिक्शन का मतलब की होंदा कोई रुकावट या मैथमैटिक्स रुकावट नहीं बोलांगे, बंदिश। मैथमैटिक्स बंदिश बोलांगे भी उपरली बंदिश है या हेठ वाली बंदिश है, लोअर लिमिट है या अपर लिमिट है, एटलीस्ट है या एटमोस्ट है। एटलीस्ट का मतलब होंदा ग्रेटर दैन इक्वल टू एन, कि एन एन प्लस वन एन प्लस टू अप टू सो वन। एटमोस्ट एटलीस्ट एन का मतलब हो गया ग्रेटर दैन इक्वल टू एन, एटमोस्ट एन का मतलब हो गया लैस दैन इक्वल टू एन, कि 0 1 2 तो लैके एन माइनस वन एन। पहले तो ये दो चीज़ां क्लीयर करो, इन्हों की लोड़ पऊ आपां नूं, बहुत लोड़ पऊगी। एटलीस्ट एन का मतलब हो गया एन या एन तो वड्डे मैंबर, एन भी आऊगा, एन प्लस वन भी आऊगा, एन प्लस टू भी आऊगा, तो उपरले सारे आउणगे। एटलीस्ट एन का मतलब है ये है। एटमोस्ट एन का मतलब होगा एन अते एन तो छोटे वाले सारे, 0 भी आऊगा, 1 भी आऊगा, 2 भी आऊगा, एन तो पिछे वाला भी आऊगा, एन भी आऊगा। एन ते एन तो पिछे वाले बोलांगा एटमोस्ट एन, एन ते एन तो उपर वाले बोलिया करांगे एटलीस्ट एन। ये बंदिशां हो गई, इन्हां बंदिशां नूं आपां की बोलांगे रिस्ट्रिक्शनस। जदों इक्वेशन दे विच रिस्ट्रिक्शनस आउण लग जाण उदों आपां इहनूं बोलांगे कंसट्रेंट। हुण उस तो बाद आ गया इंटर रिलेटेड वेरीएबल्स, एक तो सीगे डिसीजन वेरीएबल, एक उस तो बाद आ गए इंटर रिलेटेड वेरीएबल। द डिसीजन वेरीएबल्स आर अज्यूम्ड टू बी इंटर रिलेटेड इन टर्म्स ऑफ यूटिलाइजेशन रिसोर्सिस, कि जिहड़े डिसीजन वेरीएबल्स ने उन्होंने अज्यूम किया जाता इंटर रिलेटेड, आपस दे विच रिलेट करने वाले वेरीएबल्स मन्ने जाते हैं। ये जो अगे चल के एग्जाम्पल्स सॉल्व करांगे आपां S1 S2 S3 अगे चल के होर वेरीएबल्स मन्निया करांगे इंटर रिलेटेड वेरीएबल्स, उदों इन्हां बारे दसांगे। कई चीज़ां जदों वरतों दे विच आउंदियां ने उदों दसियां जाण तां ज़्यादा समझ लगदियां ने। जे मैं कल ही तुहानूं कंसट्रेंट बारे दस्सण लग जांदा, हो सकदा वो चीज़ उन्नी डीपली ना समझ लगदी जिन्नी हुण समझ लग रही है। सो कई चीज़ों को उस टाइम पर दसना समझना जरूरी हुंदा जदों उहदी वरतों हुंदी है। ठीक है, कोई चीज़ हुण तक समझ लगी होवे, हुण तक जिहड़ी दसी है इहदे विच ना समझ लग्या होवे, मैनूं पुछ सकदे हो। उस तो बाद आ गई जनरल स्टेटमेंट ऑफ लीनियर प्रोग्रामिंग प्रॉब्लम। हुण LPP किवें लिखिया जाया करूगी, एक होया करूगा अपना ऑब्जेक्टिव फंक्शन। ऑब्जेक्टिव फंक्शन इस केस का होया करूगा, जां तां मैक्सीमम लिखिया करांगे। इधर देख लो, तुसीं इस बुक तो देख लो, तुहाडी बुक ते भी इहदे नाल दा ही आ। मैं सर नूं कह के अपना नंबर ग्रुप च ऐड करवा लैना, तुहानूं ये चैप्टर पूरे का पूरा ग्रुप च भेज दूंगा। ये वीडियो कल वाली वीडियो अज वाली वीडियो भी ग्रुप च भेज दूंगा, तुसीं यूट्यूब ते जाके इस वीडियो नूं देख सकते हो। जिथों किते नहीं समझ लगदा या दोबारा सुनना, पॉज करके दोबारा समझ सकते हो, सुन सकते हो। ठीक है, क्लीयर साउंड क्लीयर पिक्चर च सारा कुछ दिखूगा। अपना दोबारा तो सुन लियो, जिहड़े बच्चे नहीं आए वो भी सुन समझ लैणगे। ठीक है, कोई नोट करने की लोड़ नहीं, कोई इदां की लोड़ नहीं कि बुक नाल मैच करता नहीं हैगा। साडा कुछ भी इदां दा टॉपिक नहीं हैगा जिहड़ा तुहाडे सिलेबस नाल मैच ना करदा होवे। तुहाडा ही सिलेबस है, तुहाडा ही है, कोई प्रॉब्लम नहीं। बुक होर है जां ये होर है, कोई प्रॉब्लम नहीं। ज़्यादा तो ज़्यादा अगे पिछे हो सकदा कि इस बुक के चैप्टर दे विच वो चीज़ पहलां दित्ती हुई है, तुहाडे बाद च दित्ती हुई है, वो कोई फर्क नहीं पैंदा। ठीक है, फ्री फील होके पढ़ो, समझो। सो हुण जिहड़ी जनरल स्टेटमेंट आ लीनियर प्रोग्रामिंग प्रॉब्लम की, वो किद्दां दी आ कि जनरली LPP नूं किवें लिखिया जांदा। ये जिहड़ा ये पहलां लिखिया जांदा ऑब्जेक्टिव फंक्शन। ऑब्जेक्टिव फंक्शन किद्दां दा होया करूगा, मैक्सीमम या मिनीमम Z इहदे नाल इत्थे आ ऑब्जेक्टिव फंक्शन C1 X1 डिसीजन वेरीएबल्स ने प्लस C2 X2 C3 X3 इहदे नाल दा होया करूगा। आपां कल काम करांगे, उदों डीपली पढ़ांगे इहदे बारे। उस तो बाद इत्थे लिखिया करांगे सच दैट या सबजैक्ट टू कंसट्रेंट्स। ये आया करनगियां अपनियां कंसट्रेंट्स, कदे 2 कदे 3 कदे 4 कदे 1 कदे 2 होया करनगियां, कदे ग्रेटर दैन दियां होया करनगियां, कदे लैस दैन दियां होया करनगियां, कदे इक्वल टू दियां होया करनगियां। ये कोई चक्कर नहीं।
ਕਿਸੇ ਸਮ ਦੇ ਵਿੱਚ ਸਾਰੀਆਂ ਹੀ ਲੈਸ ਦੇਨ ਦੀਆਂ ਹੋਣਗੀਆਂ, ਕਿਸੇ ਸਮ ਦੇ ਵਿੱਚ ਸਾਰੀਆਂ ਹੀ ਗ੍ਰੇਟਰ ਦੇਨ ਦੀਆਂ ਹੋਣਗੀਆਂ, ਕਿਸੇ ਸਮ ਦੇ ਵਿੱਚ ਸਾਰੀਆਂ ਇਕੁਅਲ ਟੂ ਦੀਆਂ ਹੋਣਗੀਆਂ, ਕਿਸੇ ਸਮ ਦੇ ਵਿੱਚ ਮਿਕਸਡ ਹੋਣਗੀਆਂ, ਕੁਝ ਲੈਸ ਦੇਨ ਦੀਆਂ, ਕੁਝ ਗ੍ਰੇਟਰ ਦੇਨ ਦੀਆਂ, ਕੁਝ ਬਰਾਬਰ ਦੀਆਂ, ਕੋਈ ਪ੍ਰੋਬਲਮ ਨਹੀਂ। ਠੀਕ ਹੈ, ਅਲੱਗ-ਅਲੱਗ ਟਾਈਪਸ ਨੇ, ਅਲੱਗ-ਅਲੱਗ ਕੇਸਿਸ ਨੇ। ਇਹਨਾਂ ਦੇ ਵਿੱਚ A11 X1 ਵੈਰੀਏਬਲਸ ਦੇ ਨਾਲ ਕੌਨਸਟੈਂਟਸ ਹੋਇਆ ਕਰਨਗੇ। ਇੱਧਰ ਲੀਨੀਅਰ ਇਕੁਏਸ਼ਨਸ, ਇੱਧਰ ਕੌਨਸਟੈਂਟ ਵੈਕਟਰਸ B1 B2 ਤੋਂ ਲੈ ਕੇ Bm ਤੱਕ। ਆ ਜਿਹੜੇ ਨੇ ਆਪਣੇ ਡਿਸੀਜਨ ਵੈਰੀਏਬਲਸ ਨੇਗੇ X1 X2 X3, ਇੱਦਾਂ ਦੀ ਜਨਰਲ ਸਟੇਟਮੈਂਟ ਹੋਊਗੀ ਤੁਹਾਡੀ। ਠੀਕ ਹੈ, ਕਿੰਨਾ ਟਾਈਮ ਹੋ ਗਿਆ? ਆਪਣੀ ਨੈਕਸਟ ਕਲਾਸ ਦਾ ਵੀ ਟਾਈਮ ਆ, ਬੱਚੇ ਆਏ ਨਹੀਂ ਅੱਜ। ਅੱਛਾ, ਇੱਕ ਗੱਲ ਮੈਨੂੰ ਹੋਰ ਦੱਸੋ, ਕੱਲ ਸੰਡੇ ਆ? ਕੱਲ ਆ ਸਕਦੇ ਹੋ 10 ਵਜੇ? ਮੈਨੂੰ ਦੱਸ ਦਿਓ ਜੇ ਆ ਸਕਦੇ ਹੋ ਜਾਂ ਨਹੀਂ। ਨਹੀਂ ਬॉयਜ਼ ਨਹੀਂ ਆ ਸਕਦੇ? ਹਾਂ ਵੀ ਪਿੱਛੋਂ ਗੱਲ ਦੱਸੋ। ਨਹੀਂ? ਯੈਸ ਔਰ ਨੋ ਦੱਸ ਦਿਓ ਕਲੀਅਰਲੀ। ਠੀਕ। ਇਹਦੀਆਂ ਐਪਲੀਕੇਸ਼ਨ ਸਮਝ ਲਓ, ਸ਼ਾਰਟ ਆਨਸਰ ਦੇ ਵਿੱਚ ਆ ਜਾਂਦਾ ਕੁਐਸਚਨ, ਐਪਲੀਕੇਸ਼ਨ ਆਫ ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ। ਇੱਕ ਤਾਂ ਪ੍ਰੋਡਕਟ ਮਿਕਸ ਪ੍ਰੋਬਲਮ ਹੋ ਗਈ। ਪ੍ਰੋਡਕਟ ਮਿਕਸ ਪ੍ਰੋਬਲਮ ਦੇ ਵਿੱਚ ਕੀ ਚੀਜ਼ ਆ? ਲੀਨੀਅਰ ਪ੍ਰੋਗਰਾਮਿੰਗ ਹੈਲਪ ਕਰਦੀ ਆ ਡਿਟਰਮਿਨਿੰਗ ਦਾ ਕੁਆਂਟੀਟੀ ਆਫ ਡਿਫਰੈਂਟ ਪ੍ਰੋਡਕਟਸ ਟੂ ਬੀ ਮੈਨੂਫੈਕਚਰਡ। ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਨੂੰ ਬਣਾਉਣ ਦੇ ਵਿੱਚ ਹੈਲਪ ਕਰਦੀ ਆ। ਨੋਇੰਗ ਦਾ ਮਾਰਜਨਲ ਕੰਟਰੀਬਿਊਸ਼ਨ ਆਫ ਈਚ ਪ੍ਰੋਡਕਟ, ਕਿ ਹਰੇਕ ਪ੍ਰੋਡਕਟ ਤੇ ਆਪਾਂ ਨੂੰ ਕਿੰਨਾ ਕੁ ਪ੍ਰੋਫਿਟ ਹੋ ਰਿਹਾ, ਉਹਦੇ ਅਕੋਰਡਿੰਗ ਚੀਜ਼ਾਂ ਨੂੰ ਬਣਾਉਣ, ਉਹਨਾਂ ਦੀ ਸਪਲਾਈ ਕਰਨ 'ਚ, ਉਹਨਾਂ ਨੂੰ ਮਾਰਕੀਟ 'ਚ ਭੇਜਣ 'ਚ, ਉਹਨਾਂ ਦੇ ਪ੍ਰੋਫਿਟ ਦੇ ਅਕੋਰਡਿੰਗ ਉਹਨਾਂ ਨੂੰ ਵੇਚਣ 'ਚ ਹੈਲਪ ਕਰਨ 'ਚ ਮਤਲਬ ਹੈਲਪ ਕਰਦੀ ਹੈ। ਇਸ ਸਾਰੇ ਕੰਮ ਨੂੰ ਆਪਾਂ ਪ੍ਰੋਡਕਟ ਮਿਕਸ ਪ੍ਰੋਬਲਮ ਕਹਿ ਦਿੰਦੇ ਹਾਂ। ਚੀਜ਼ਾਂ ਦੇ ਉੱਪਰ ਮਾਰਜਨਲ ਦਾ ਮਤਲਬ ਕੀ ਹੁੰਦਾ? ਵੈਸੇ ਮਾਰਜਨ ਦਾ ਮਤਲਬ ਕੀ ਹੁੰਦਾ? ਮਾਰਜਨ, ਹਾਂਜੀ ਨਹੀਂ, ਮਾਰਜਨਲ ਆਪਾਂ ਕਹਿ ਦਿੰਦੇ ਹੁੰਦੇ ਹਾਂ, ਦੁਕਾਨਦਾਰ ਨੂੰ ਜਾ ਕੇ ਕਹਿ ਦਿੰਦੇ ਹਾਂ ਵੀ ਇਹਦੇ ਤੇ ਤੇਰਾ ਜਿੰਨਾ ਕੁ ਮਾਰਜਨ ਆ ਤੂੰ ਰੱਖ ਲਾ, ਸਾਨੂੰ ਸਸਤੇ ਰੇਟ ਤੇ ਵੇਚ ਦੇ। ਮਾਰਜਨ ਦਾ ਮਤਲਬ ਤੈਂ ਜਿੰਨੇ ਕੁ ਕਮਾਉਣੇ ਆ ਕਮਾ ਲਾ, ਸਾਨੂੰ ਸਸਤੀ ਚੀਜ਼ ਦੇ ਦੇ। ਮਾਰਜਨ ਦਾ ਮਤਲਬ ਕੀ ਆ? ਦੁਕਾਨਦਾਰ ਦਾ ਆਪਣਾ ਪ੍ਰੋਫਿਟ ਕਿੰਨਾ ਕਾ, ਸ਼ਾਪਕੀਪਰ ਦਾ, ਜਾਂ ਮੰਨ ਲਓ ਕੋਈ ਪ੍ਰੋਡਕਸ਼ਨ ਕਰਨ ਵਾਲੀ ਕੰਪਨੀ ਆ ਕੋਈ, ਜਿਵੇਂ ਕੋਈ ਕਾਰਜ਼ ਬਣਾਉਂਦੀ ਹੈ, ਮਾਰੂਤੀ ਸੁਜ਼ੂਕੀ ਹੈ, ਉਹ ਸੋਚਦੀ ਆ ਮੈਂ ਜਾਪਾਨ ਤੋਂ ਜਾਂ ਚਾਈਨਾ ਤੋਂ ਗੱਡੀਆਂ ਕਾਰਾਂ ਬਣੀਆਂ ਬਣਾਈਆਂ ਲੈ ਆਉਂਦੀ ਆ, ਬਾਹਰੋਂ ਕਿਸੇ ਦੇਸ਼ ਚੋਂ, ਕਿਸੇ ਕੰਟਰੀ ਚੋਂ ਕਾਰਾਂ ਬਣੀਆਂ ਬਣਾਈਆਂ ਲੈਂਦੀ। ਇੱਕ ਕਾਰ ਦੇ ਪਿੱਛੇ ਉਹ 50,000 ਰੁਪਇਆ ਰੱਖ ਲੈਂਦੀ ਆ। ਇੰਪੋਰਟ ਕਰਨ ਦਾ ਖਰਚਾ ਆਪਣਾ ਰੱਖ ਲਿਆ ਉਹਨੇ, ਸਿਰਫ ਬਾਹਰੋਂ ਬਣੀ ਬਣਾਈ ਕਾਰ ਲਿਆਂਦੀ, 50,000 ਰੁਪਇਆ ਆਪਣਾ ਰੱਖ ਕੇ ਇੰਡੀਆ 'ਚ ਲਿਆ ਕੇ ਵੇਚਤੀ। ਉਹ ਵੇਚੂਗੀ ਤਾਂ ਜੇ ਉਹਨੂੰ ਪਤਾ ਹੋਊਗਾ ਵੀ ਇੰਡੀਆ 'ਚ ਆ ਕੇ ਇਹ ਚੀਜ਼ ਕਿੰਨੇ ਕੁ ਦੀ ਵਿਕ ਸਕਦੀ ਆ। ਮੈਂ 50,000 ਰੁਪਇਆ ਰੱਖ ਲਿਆ, ਕਮਾ ਲਿਆ, ਚੀਜ਼ ਲੋਕਾਂ ਨੂੰ ਪਸੰਦ ਨਾ ਆਈ, ਮੇਰੀ ਨਾ ਵਿਕੀ, ਫੇਰ ਵੀ ਪ੍ਰੋਬਲਮ ਹੈ। ਜਾਂ ਮੈਂ 50,000 ਰੱਖ ਕੇ ਵੇਚਤੀ, ਕਿਸੇ ਹੋਰ ਕੰਪਨੀ ਨੇ 30,000 ਰੱਖ ਕੇ ਵੇਚਤੀ, ਮੇਰੀ ਤਾਂ ਚੀਜ਼ ਵਿਕਣੀ ਨਹੀਂ ਹੈਗੀ। ਸਮਝ ਲੱਗ ਰਹੀ ਹੈ ਗੱਲਬਾਤ? ਮੈਨੂਫੈਕਚਰਰ ਨੂੰ ਬਹੁਤ ਕੁਝ ਸੋਚਣਾ ਪੈਂਦਾ। ਮੰਨ ਲਓ ਮੈਂ ਐਗਜ਼ਾਮਪਲ ਲਈ ਆ ਮਾਰੂਤੀ ਸੁਜ਼ੂਕੀ ਦੀ, ਉਹਨੇ ਮੰਨ ਲਓ ਮਾਰੂਤੀ ਕਾਰ ਦੀ ਗੱਲ ਕਰ ਲਈ ਹੈ ਜਾਂ ਸਵਿਫਟ ਕਾਰ ਦੀ ਗੱਲ ਕਰ ਲਈ ਹੈ। ਸਵਿਫਟ ਕਾਰ ਉਹਨੇ ਬਾਹਰੋਂ ਕਿਤੋਂ ਚਾਈਨਾ ਤੋਂ ਬਣੀ ਬਣਾਈ ਕਾਰ ਲਿਆਂਦੀ, ਆਪਣੇ ਨਹੀਂ ਅਸੈਂਬਲ ਕੀਤੀ, ਉਹਨੇ ਬਣੀ ਬਣਾਈ ਲਿਆਂਦੀ, ਉਹਨੇ 50,000 ਰੁਪਏ ਆਪਣਾ ਵਿੱਚ ਰੱਖਿਆ, ਇੰਡੀਆ 'ਚ ਲਿਆ ਕੇ 4.5 ਲੱਖ ਦੀ ਜਾਂ 5 ਲੱਖ ਦੀ ਵੇਚਤੀ। ਉਹ ਪਹਿਲਾਂ ਸਾਰੀ ਚੀਜ਼ ਦਾ ਸਰਵੇ ਕਰੂਗੀ ਵੀ ਮੈਂ 4.5 ਲੱਖ ਦੀ ਬਣੀ ਬਣਾਈ ਲਿਆਂਦੀ, 50,000 ਰੁਪਏ ਰੱਖ ਕੇ 5 ਲੱਖ ਦੀ ਵੇਚਤੀ। ਕੀ ਕੋਈ ਹੋਰ ਕੰਪਨੀ ਜਾਂ ਕੀ ਕੋਈ ਹੋਰ ਪਰਸਨ, ਕੋਈ ਹੋਰ ਬ੍ਰਾਂਡ ਦੀ ਕਾਰ ਸੇਮ ਸਵਿਫਟ 4.5 ਲੱਖ ਦੀ ਲਿਆ ਕੇ 4,80,000 ਦੀ ਜੇ ਵੇਚਣ ਲੱਗ ਗਿਆ? ਜਿੰਨੀਆਂ ਕਾਰਾਂ ਮੈਂ ਲਿਆਂਦੀਆਂ ਉਹ ਤਾਂ ਵਿਕਣੀਆਂ ਨਹੀਂ, ਫਿਰ ਲੋਕ ਤਾਂ ਸਸਤੀ ਨੂੰ ਲੈਣਗੇ। ਉਹ ਸਾਰੇ ਕੁਛ ਨੂੰ ਦੇਖ ਕੇ, ਵਾਚ ਕਰਕੇ, ਸਾਰਾ ਕੁਛ ਡਿਸੀਜਨ ਲੈ ਕੇ ਫੇਰ ਕੰਮਕਾਰ ਸ਼ੁਰੂ ਕਰੂ। ਇਸ ਕੰਮਕਾਰ 'ਚ ਹੈਲਪ ਕੌਣ ਕਰੂ? ਉਹਦੀ ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ। ਸੋ ਉਹਦਾ ਮਾਰਜਨ ਦੇਖ ਕੇ, ਈਚ ਪ੍ਰੋਡਕਟ ਦਾ ਮਾਰਜਨ ਦੇਖ ਕੇ, ਅਮਾਊਂਟ ਆਫ ਅਵੇਲੇਬਿਲਿਟੀ ਰਿਸੋਰਸਿਸ ਦੀ, ਕਿ ਰਿਸੋਰਸਿਸ ਕਿੰਨੇ ਕੁ ਚਾਹੀਦੇ ਨੇ ਉਹਨੂੰ, ਹਰੇਕ ਪ੍ਰੋਡਕਟ ਦੇ ਰਿਸੋਰਸਿਸ ਦਾ ਆਬਜੈਕਟਿਵ ਟੂ ਮੈਕਸੀਮਾਈਜ਼ ਦਾ ਟੋਟਲ ਪ੍ਰੋਫਿਟ, ਉਹਦੇ ਪ੍ਰੋਫਿਟ ਨੂੰ ਵਧਾਉਣ ਦੇ ਲਈ ਸਬਜੈਕਟ ਟੂ ਕੰਸਟ੍ਰੇਂਟ ਫਾਰਮਡ ਬਾਈ ਦਾ ਅਵੇਲੇਬਲ ਰਿਸੋਰਸਿਸ। ਉਹਦੀਆਂ ਸਾਰੀਆਂ ਤਰ੍ਹਾਂ ਦੀਆਂ ਕੰਸਟ੍ਰੇਂਟਸ ਨੂੰ ਬਣਾਉਣ ਦੇ ਵਿੱਚ ਹੈਲਪ ਕੌਣ ਕਰਦਾ?
ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ। ਸੋ ਇਹਨੂੰ ਆਪਾਂ ਪ੍ਰੋਬਲਮ ਨੂੰ ਕੀ ਬੋਲਦੇ ਆ, ਪ੍ਰੋਡਕਟ ਮਿਕਸ ਪ੍ਰੋਬਲਮ। ਇਹ ਯਾਦ ਰੱਖਿਓ, ਜਦੋਂ ਆਪਾਂ ਐਗਜ਼ਾਮਪਲਸ ਕਰਾਂਗੇ ਉਦੋਂ ਲੋੜ ਪਿਆ ਕਰੂਗੀ ਵੀ ਇਹ ਕਿਹੜੀ ਤਰ੍ਹਾਂ ਦੀ ਪ੍ਰੋਬਲਮ ਆ, ਟਾਈਪ 1 ਆ ਜਾਂ ਟਾਈਪ 2 ਆ। ਟਾਈਪ 1 ਕਿਹੜੀ ਹੋਗੀ, ਪ੍ਰੋਡਕਟ ਮਿਕਸ ਪ੍ਰੋਬਲਮ। ਟਾਈਪ 2 ਕਿਹੜੀ ਹੋਗੀ, ਟਰਾਂਸਪੋਰਟੇਸ਼ਨ ਪ੍ਰੋਬਲਮ। ਟਰਾਂਸਪੋਰਟੇਸ਼ਨ ਦਾ ਮਤਲਬ ਕੀ ਹੁੰਦਾ, ਆਵਾਜਾਈ, ਕਿਤੋਂ ਆਉਣਾ ਜਾਣਾ, ਠੀਕ ਹੈ, ਆਵਾਜਾਈ ਦੇ ਸਾਧਨ ਵਗੈਰਾ। ਸੋ ਦੂਜੀ ਪ੍ਰੋਬਲਮ ਕੀ ਆ ਗਈ, ਟਾਈਪ 2 ਟਰਾਂਸਪੋਰਟੇਸ਼ਨ ਪ੍ਰੋਬਲਮ। ਟਰਾਂਸਪੋਰਟੇਸ਼ਨ ਪ੍ਰੋਬਲਮ ਆਰ ਫੇਸਡ ਬਾਈ ਬਿਜ਼ਨਸ ਆਰਗੇਨਾਈਜੇਸ਼ਨਸ ਵਿਚ ਹੈਵ ਨੰਬਰ ਆਫ ਅਵੇਲੇਬਿਲਿਟੀ ਸੈਂਟਰਸ, ਪਲਾਂਟਸ, ਵੇਅਰ ਹਾਊਸਿਸ। ਹੁਣ ਜਿਵੇਂ ਆਪਾਂ ਗੱਲ ਕਰੀਏ, ਮੈਂ ਐਗਜ਼ਾਮਪਲ ਦੀ ਗੱਲ ਕੀਤੀ ਸੀਗੀ, ਮਾਰੂਤੀ ਸੁਜ਼ੂਕੀ ਕੰਪਨੀ ਹੈ, ਉਹ ਚਾਈਨਾ ਤੋਂ ਕਾਰਾਂ ਮੰਗਵਾਉਂਦਾ, ਮੰਨ ਕੇ ਚੱਲੋ ਚਾਈਨਾ ਤੋਂ ਮੰਗਵਾਉਂਦਾ, ਕਾਸੇ ਤਰੀਕੇ ਨਾਲ ਤਾਂ ਮੰਗਵਾਉਂਦਾ ਹੋਊਗਾ ਉਹ, ਇਹ ਤਾਂ ਹੈ ਨਹੀਂ ਉਹਨੇ ਸ਼ਿਪ ਬੁੱਕ ਕੀਤੀ। ਚਲੋ ਮੰਨ ਲਓ ਉਹਨੇ ਸ਼ਿਪ ਬੁੱਕ ਕੀਤਾ, ਸ਼ਿਪ 'ਚ ਮੰਗਾ ਲੀਆਂ ਜਾਂ ਟ੍ਰੇਨ 'ਚ ਮੰਗਾ ਲੀਆਂ, ਇੱਕ ਸੈਂਟਰ 'ਤੇ ਮੰਗਾ ਲੀਆਂ, ਦਿੱਲੀ ਮੰਗਾ ਲੀਆਂ। ਹੁਣ ਦਿੱਲੀ ਤੋਂ ਉਹਨੇ ਬੰਬੇ ਵੀ ਭੇਜਣੀਆਂ ਨੇ, ਦਿੱਲੀ ਤੋਂ ਮਦਰਾਸ ਵੀ ਭੇਜਣੀਆਂ ਨੇਗੀਆਂ, ਦਿੱਲੀ ਤੋਂ ਪੰਜਾਬ 'ਚ ਵੀ ਭੇਜਣੀਆਂ ਨੇ, ਅੰਮ੍ਰਿਤਸਰ ਵੀ ਭੇਜਣੀਆਂ, ਲੁਧਿਆਣੇ ਵੀ ਭੇਜਣੀਆਂ ਨੇ। ਸਾਰੇ ਕਿਤੇ ਤਾਂ ਟ੍ਰੇਨ ਨਹੀਂ ਜਾਂਦੀ, ਕਿਤੇ ਟ੍ਰੇਨ 'ਚ ਭੇਜੂਗਾ, ਕਿਤੇ ਜਹਾਜ਼ 'ਚ ਭੇਜੂਗਾ, ਕਿਤੇ ਉਹ ਕਾਰਗੋ ਜਿਹੜੇ ਆਪਣੇ ਦੂਜੇ ਟਰੱਕ ਜੇ ਚੱਲਦੇ ਨੇ ਉਹਨਾਂ 'ਚ ਭੇਜੂਗਾ। ਉਹ ਸਾਰੇ ਤਰ੍ਹਾਂ ਦੇ ਖਰਚਿਆਂ ਦਾ ਹਿਸਾਬ ਕਿਤਾਬ ਲਗਾਊਗਾ ਵੀ ਕਿੱਥੇ ਕਿਹੜੇ ਖਰਚੇ 'ਤੇ ਜਾਂਦੀ ਆ, ਕਿੱਥੇ ਕਿੰਨੇ ਟਾਈਮ 'ਚ ਜਾਂਦੀ ਆ, ਕਿੱਥੇ ਸਹੀ ਸਲਾਮਤ ਜਾਂਦੀ ਆ, ਕਿਤੇ ਉਹਨਾਂ 'ਚ ਡੈਂਟ ਫੈਂਟ ਤਾਂ ਨਹੀਂ ਪੈਂਦੇ, ਕਿਤੇ ਸਕਰੈਚ ਤਾਂ ਨਹੀਂ ਪੈਂਦੇ, ਠੀਕ ਹੈ, ਕਿਤੇ ਟਾਈਮ ਤਾਂ ਨਹੀਂ ਜ਼ਿਆਦਾ ਲੱਗਦਾ, ਵੇਟਿੰਗ ਪੀਰੀਅਡ ਤਾਂ ਨਹੀਂ ਵੱਧਦਾ, ਠੀਕ ਹੈ। ਲੋਕਾਂ ਨੇ ਬੁੱਕ ਕੀਤੀ ਕਾਰ ਵੀ ਸਾਨੂੰ ਹਫਤੇ ਦੇ ਵਿੱਚ ਮਿਲ ਜਾਣੀ ਚਾਹੀਦੀ ਹੈ, ਕਿਤੇ ਟਰਾਂਸਪੋਰਟੇਸ਼ਨ ਦੇ ਵਿੱਚ ਉਹਨਾਂ ਨੂੰ ਮਹੀਨਿਆਂ ਦਾ ਵੇਟ ਤਾਂ ਨਹੀਂ ਕਰਨਾ ਪੈਂਦਾ, ਲੋਕ ਫਿਰ ਆਪਣੀ ਬੁੱਕ ਕੀਤੀ ਹੋਈ ਚੀਜ਼ ਕੈਂਸਲ ਕਰਾਉਣ ਲੱਗ ਜਾਣਗੇ ਬੁਕਿੰਗ। ਸੋ ਇਹ ਸਾਰੀਆਂ ਚੀਜ਼ਾਂ ਦੇ ਲਈ ਉਹਨੂੰ ਸਾਰੀਆਂ ਕੰਸਟ੍ਰੇਂਟਸ ਦੇਖਣੀਆਂ ਪੈਣਗੀਆਂ ਕਿ ਕਿੱਥੇ ਕਿੰਨਾ ਟਾਈਮ ਲੱਗਦਾ, ਕਿੱਥੇ ਕਿੰਨਾ ਖਰਚਾ ਆਉਂਦਾ। ਓਬਵੀਅਸਲੀ ਜੇ ਟ੍ਰੇਨ 'ਤੇ ਚੀਜ਼ ਜਾਊਗੀ ਤਾਂ ਸਸਤੀ ਜਾਊਗੀ, ਜੇ ਆਪਾਂ ਟਰੱਕ ਬੁੱਕ ਕਰਕੇ ਭੇਜਾਂਗੇ ਮਹਿੰਗਾ ਪਊਗਾ। ਸੋ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਡਿਸਾਈਡ ਕਰਕੇ ਜਿਹੜੀਆਂ ਵੀ ਕੰਸਟ੍ਰੇਂਟਸ ਬਣਾਊਗਾ, ਇਹਨਾਂ ਸਾਰੀਆਂ ਚੀਜ਼ਾਂ 'ਚ ਹੈਲਪ ਕੌਣ ਕਰੂਗਾ, ਉਹਦੀ LPP। ਸੋ ਇਹ ਪ੍ਰੋਬਲਮ ਕਿਹੜੀ ਹੋਊਗੀ, ਟਰਾਂਸਪੋਰਟੇਸ਼ਨ ਪ੍ਰੋਬਲਮ। ਉਸ ਤੋਂ ਬਾਅਦ ਆ ਗਈ ਬਲੈਂਡਿੰਗ ਪ੍ਰੋਬਲਮ। ਬਲੈਂਡਿੰਗ ਪ੍ਰੋਬਲਮ ਕੀ ਹੈ, ਟਾਈਪ ਆਫ ਪ੍ਰੋਬਲਮ ਇਜ਼ ਫੇਸਡ ਬਾਈ ਦਾ ਕੈਮੀਕਲ, ਫੂਡ ਐਂਡ ਪੈਟਰੋਲੀਅਮ ਇੰਡਸਟਰੀ ਐਕਸੈਟਰਾ while deciding production of the product which can be made from a variety of available raw materials of a different composition and prices. The solution provides the number of units or quantity of each raw material which are to be blended for making one unit of product. Blending ਕਰਨਾ ਮਤਲਬ ਕੀ ਹੁੰਦਾ, ਜਿਵੇਂ ਆਪਾਂ ਘਰ 'ਚ ਪੇਂਟ ਕਰਾਉਂਦੇ ਆ, ਪੇਂਟ ਕਰਾਉਣ ਦੇ ਲਈ ਉਹ ਪੇਂਟ ਦੇ ਵਿੱਚ ਤਾਰਪੀਨ ਦਾ ਤੇਲ ਪਾਉਂਦੇ ਆ, ਕੋਈ ਹੋਰ ਟਿਊਬ ਕਰਦੇ ਆ, ਮਿਕਸ ਕਰਦੇ ਆ, ਇੱਕ ਸੋਲਿਊਸ਼ਨ ਜਿਹਾ ਤਿਆਰ ਕਰ ਲੈਂਦੇ ਆ, ਮਿਕਸਚਰ ਤਿਆਰ ਕਰ ਲੈਂਦੇ, ਇੱਕ ਵਧੀਆ ਜਿਹਾ ਕਲਰ ਤਿਆਰ ਹੋ ਜਾਂਦਾ। ਜਦੋਂ ਆਪਾਂ ਪੇਂਟ ਕਰਾਉਂਦੇ ਆ ਨਾ, ਵਾਈਟ ਹੁੰਦਾ ਪਹਿਲਾਂ ਦਾ ਪੇਂਟ ਦਾ ਬੇਸ ਆ ਜਿਹੜਾ। ਤੁਸੀਂ ਕੋਈ ਵੀ ਪੇਂਟ ਤਿਆਰ ਕਰਨ ਲੱਗ ਜਾਓ, ਤੁਹਾਡੀ ਹਲੇ ਉਮਰ ਇੰਨੀ ਹੈ ਨਹੀਂ, ਤੁਸੀਂ ਉਸ ਚੀਜ਼ਾਂ ਦੇ ਵਿੱਚੋਂ ਦੀ ਨਹੀਂ ਲੰਘੇ, ਤੁਹਾਡੇ ਘਰ ਦੇ ਵਿੱਚ ਜਿਹੜੇ ਵੱਡੇ ਨੇ, ਜਿਹੜੇ ਕੰਮਕਾਰ ਕਰਾਉਂਦੇ ਆ, ਉਹ ਇਸ ਪ੍ਰੋਸੈਸ ਦੇ ਵਿੱਚੋਂ ਲੰਘੇ ਨੇ। ਜਿਹੜੇ ਵੀ ਆ ਪੇਂਟ ਹੋ ਰਹੇ ਨੇ, ਸਾਰੇ ਪੇਂਟਸ ਦਾ ਜਿਹੜਾ ਬੇਸ ਪੇਂਟ ਆ ਉਹ ਵਾਈਟ ਹੁੰਦਾ, ਪਹਿਲਾਂ ਵਾਈਟ ਹੈ, ਵਾਈਟ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਮਿਕਸ ਕਰਕੇ ਫਿਰ ਪੇਂਟ ਤਿਆਰ ਹੁੰਦਾ। ਪਹਿਲਾਂ ਬੇਸ ਕੀ ਆ, ਵਾਈਟ ਆ, ਉਹਦੇ ਵਿੱਚ ਇੱਕ ਤਾਰਪੀਨ ਦਾ ਤੇਲ ਮਿਲਦਾ ਜਿਹੜਾ ਉਹਨੂੰ ਸੋਲਿਊਸ਼ਨ ਨੂੰ, ਲਿਕੁਇਡ ਨੂੰ ਹੋਰ ਪਤਲਾ ਕਰਦਾ ਤਾਂ ਕਿ ਪੇਂਟ ਈਜ਼ੀਲੀ ਫੈਲ ਜਾਵੇ, ਇੱਕੋ ਹੀ ਜਗ੍ਹਾ 'ਤੇ ਪੇਪੜੀ ਜੀ ਬਣ ਕੇ ਨਾ ਇਕੱਠਾ ਹੋ ਜਾਵੇ, ਉਹ ਫੈਲ ਕੇ ਜ਼ਿਆਦਾ ਏਰੀਏ ਦੇ ਵਿੱਚ ਪੇਂਟ ਨੂੰ ਕਵਰ ਕਰੇ। ਫਿਰ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਟਿਊਬਸ ਪੈਂਦੀਆਂ ਨੇ ਤਾਂ ਕਿ ਉਹ ਵਧੀਆ ਕਲਰ ਬਣ ਜਾਵੇ, ਅਲੱਗ ਕਲਰ ਬਣ ਜੇ, ਔਰੇਂਜ ਪਾਈਏ, ਵੈਲਵਟ ਪਾਈਏ ਜਾਂ ਕੁਛ ਹੋਰ ਪਾਈਏ। ਸੋ ਸਾਇੰਸ ਦੇ ਵਿੱਚ ਕੈਮਿਸਟਰੀ ਦੇ ਵਿੱਚ ਬਹੁਤ ਯੂਜ਼ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਆ। ਤੁਸੀਂ ਨੋਨ ਮੈਡੀਕਲ ਵਾਲਿਆਂ ਨੂੰ, ਤੁਹਾਨੂੰ ਤਾਂ ਜ਼ਿਆਦਾ ਪਤਾ ਹੋਊਗਾ ਵੀ ਬਲੈਂਡਿੰਗ ਪ੍ਰੋਬਲਮਸ ਕਿਹੜੀਆਂ ਹੁੰਦੀਆਂ ਨੇ। ਪਤਾ ਨਹੀਂ ਨਾ, ਬਲੈਂਡਿੰਗ ਦਾ ਸ਼ਬਦ ਪਤਾ, ਬਲੈਂਡਿੰਗ ਕੀ ਹੁੰਦਾ, ਕੀ ਹੁੰਦਾ ਬਲੈਂਡਿੰਗ? ਹਾਂਜੀ, ਕਿਸੇ ਸੋਲਿਊਸ਼ਨ ਨੂੰ, ਕੋਈ ਸੋਲਿਊਸ਼ਨ, ਬੇਸਿਕ ਜੀ ਗੱਲ ਕਰ ਲੈਂਦੇ ਆਪਾਂ, ਬੀ ਵਾਲਿਆਂ ਨੂੰ ਸਮਝਾ ਦਈਏ। ਕਿਸੇ ਲਿਕੁਇਡ ਤੋਂ ਅਲੱਗ-ਅਲੱਗ ਤਰੀਕੇ ਨਾਲ ਦਾ ਰਾ ਮਟੀਰੀਅਲ, ਕਿ ਰਾ ਦਾ ਮਤਲਬ ਸੁਣਿਆ ਕੀ ਹੁੰਦਾ? ਰਾ ਦਾ ਮਤਲਬ ਕੀ ਹੁੰਦਾ? RAW ਹੈ, ਕੱਚਾ ਮਟੀਰੀਅਲ। ਕੱਚੇ ਮਟੀਰੀਅਲ ਤੋਂ ਪੱਕਾ ਮਟੀਰੀਅਲ ਤਿਆਰ ਕਰਨਾ, ਕੋਈ ਸੋਲਿਊਸ਼ਨ ਤਿਆਰ ਕਰਨਾ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਪਾ ਕੇ। ਇਹਦੇ ਲਈ ਜਿਹੜੀਆਂ ਵੀ
ਕੰਸਟ੍ਰੇਂਟਸ ਦੀ ਹੈਲਪ ਦੀ ਲੋੜ ਪੈਂਦੀ ਆ, ਉਹ ਕੰਸਟ੍ਰੇਂਟਸ ਤਿਆਰ ਕਰਨ ਦੇ ਵਿੱਚ ਬਲੈਂਡਿੰਗ ਪ੍ਰੋਬਲਮਸ ਦੇ ਵਿੱਚ ਜਿਹੜੀ ਹੈਲਪ ਕਰਦੀ ਆ ਉਹ ਐਲਪੀਪੀ ਤਿਆਰ ਕਰਦੀ ਆ। ਚੌਥੇ ਨੰਬਰ ਤੇ ਆ ਗਿਆ ਮੀਡੀਆ ਸਿਲੈਕਸ਼ਨ। ਲੀਨੀਅਰ ਪ੍ਰੋਗਰਾਮਿੰਗ ਟੈਕਨੀਕਸ ਆਰ ਯੂਜ਼ਡ ਇਨ ਸਿਲੈਕਟਿੰਗ ਐਨ ਇਫੈਕਟਿਵ ਐਡਵਰਟਾਈਜ਼ਮੈਂਟ ਮਿਕਸ that will maximize the number of effective exposures subject to be following by the constraints: the total advertising budget, specified minimum and maximizing uses rates of the various media, and specifies exposure rates to the different market segments। ਹੁਣ ਮੀਡੀਆ ਸਿਲੈਕਸ਼ਨ ਦੇ ਵਿੱਚ ਕੀ ਆ ਗਿਆ, ਮੀਡੀਆ ਦੇ ਵਿੱਚ ਆਪਾਂ ਕੋਈ ਖਬਰ ਦੇਣ ਜਾਣੀ ਹੋਵੇ, ਐਡਵਰਟਾਈਜ਼ਮੈਂਟ ਕਰਨ ਜਾਣੀ ਹੋਵੇ, ਅੱਜ ਕੱਲ੍ਹ ਬਹੁਤ ਆ YouTube ਤੇ ਤੁਸੀਂ ਕੋਈ ਵੀਡੀਓ ਪਲੇ ਕਰ ਲਓ, ਥੋੜੀ ਕੁ ਦੇਰ ਬਾਅਦ ਕੋਈ ਐਡ ਆ ਜਾਂਦੀ ਆ, ਉਹ ਐਡ ਜਿਹਦੀ ਵੀ ਐਡ ਆਉਂਦੀ ਆ ਉਹਨੂੰ ਐਡ ਪੇ ਕਰਨ ਦੇ ਪੈਸੇ ਦੇਣੇ ਪੈਂਦੇ ਆ। ਅੱਜ ਤੋਂ ਪਹਿਲਾਂ ਕੀ ਹੁੰਦਾ ਸੀਗਾ, ਅੱਜ ਕੱਲ੍ਹ ਤਾਂ YouTube ਹੋ ਗਿਆ, ਸੋਸ਼ਲ ਮੀਡੀਆ ਹੋ ਗਿਆ, ਫੇਸਬੁੱਕ ਹੋ ਗਿਆ, ਇਹਨਾਂ ਦੇ ਤਾਂ ਲਿਮਟਡ ਜੇ ਐਡ ਦੇ ਪੈਸੇ ਨੇ ਕਿ ਜੇ ਐਡ ਦੇਣੀ ਆ ਤੁਹਾਨੂੰ 200-300 ਰੁਪਇਆ ਦੇਣਾ ਪਊ। ਅੱਜ ਤੋਂ ਪਹਿਲਾਂ ਕੀ ਸੀਗਾ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ, ਅੱਜ ਤੋਂ 10-15 ਸਾਲ ਪਹਿਲਾਂ ਸਾਡੇ ਵੇਲੇ ਕੀ ਹੁੰਦਾ ਸੀ, ਇੰਨਾ ਜ਼ਿਆਦਾ ਸੋਸ਼ਲ ਮੀਡੀਆ ਦਾ ਜਮਾ ਹੀ ਨਹੀਂ ਸੀਗਾ। ਸਾਡੇ ਵੇਲੇ ਤਾਂ ਛੋਟੇ ਛੋਟੇ ਜਿਹੇ ਬਟਨਾਂ ਵਾਲੇ ਫੋਨ ਹੁੰਦੇ ਸੀਗੇ, ਇੰਟਰਨੈਟ ਤਾਂ ਕਦੇ ਸੋਚਿਆ ਤੱਕ ਵੀ ਨਹੀਂ ਸੀਗਾ। ਸਾਡੇ ਵੇਲੇ ਟੀਵੀ ਹੁੰਦਾ ਸੀ, ਟੀਵੀ ਤੇ ਜਲੰਧਰ ਦੂਰਦਰਸ਼ਨ ਹੁੰਦਾ ਸੀ, ਜਾਂ ਵੱਧ ਤੋਂ ਵੱਧ DD1 ਹੁੰਦਾ ਸੀ, ਜਾਂ ਕੇਬਲ ਹੁੰਦੇ ਸੀ, ਫਾਸਟਵੇ ਦੇ ਚੈਨਲ ਹੁੰਦੇ ਸੀ। ਉੱਥੇ ਕੀ ਹੁੰਦਾ ਸੀ, ਉਦੋਂ ਐਡਵਰਟਾਈਜ਼ਮੈਂਟ ਕਰਨ ਦੇ ਲਈ ਸਕਿੰਟਾਂ ਦੇ ਪੈਸੇ ਹੁੰਦੇ ਸੀ ਕਿ ਤੁਸੀਂ 10 ਸਕਿੰਟ ਦੀ ਐਡ ਚਲਾਉਣੀ ਆ ਤਾਂ ਇੰਨੇ ਪੈਸੇ ਨੇ, 15 ਸਕਿੰਟ ਦੀ ਐਡ ਚਲਾਉਣੀ ਆ ਤਾਂ ਇੰਨੇ ਪੈਸੇ ਨੇ, 20 ਸਕਿੰਟ ਦੀ ਐਡ ਚਲਾਉਣੀ ਆ ਤਾਂ ਇੰਨੇ ਪੈਸੇ ਨੇ। ਤਾਂ ਉਹਦੇ ਲਈ ਕੀ ਹੁੰਦਾ ਸੀ, ਆਪਾਂ ਨੂੰ ਕਿੰਨੇ ਸਕਿੰਟ ਦੀ ਐਡ ਚਲਾਉਣੀ ਆ, ਕਿਸ ਰੇਟ ਦੇ ਅਕੋਰਡਿੰਗ ਪੈਸੇ ਲੱਗਣਗੇ, ਕਿਹੜੇ ਚੈਨਲ ਤੇ ਐਡ ਚਲਾਉਣੀ ਆ। ਫਿਰ ਸਾਡੇ ਵੇਲੇ ਜਦੋਂ ਕੇਬਲ ਆਈ, ਫਿਰ ਚੈਨਲ ਵੀ ਵਧੀਆ ਵਧੀਆ ਆਉਣੇ ਸ਼ੁਰੂ ਹੋ ਗਏ, ਜੀ ਸਿਨੇਮਾ ਆ ਗਿਆ, GTV ਆ ਗਿਆ, ਸਟਾਰ ਪਲੱਸ ਆ ਗਿਆ ਜੀ, ਹੋਰ ਚੈਨਲ ਆਉਣ ਲੱਗ ਗਏ, ਅੱਜ ਕੱਲ੍ਹ ਵੀ ਆ ਗਿਆ। ਜੇ ਤੁਸੀਂ ਵਧੀਆ ਚੈਨਲ ਤੇ ਨੈਟਫਲਿਕਸ ਤੇ ਐਡ ਦੇਣੀ ਆ ਤਾਂ ਉਹਦੇ ਵੱਧ ਰੇਟ ਦੇ ਪੈਸੇ ਨੇ, ਜੇ ਤੁਸੀਂ ਹੌਟਸਟਾਰ ਤੇ ਐਡ ਦੇਣੀ ਆ ਉਹਦੇ ਘੱਟ ਪੈਸੇ ਨੇ, ਜੇ ਤੁਸੀਂ ਐਮਾਜ਼ਨ ਪ੍ਰਾਈਮ ਤੇ ਐਡ ਦੇਣੀ ਆ, ਪ੍ਰਾਈਮ ਵੀਡੀਓ ਤੇ ਐਡ ਦੇਣੀ ਆ, ਉਹਦੇ ਅਲੱਗ ਪੈਸੇ ਨੇ। ਸੋ ਹਰ ਇੱਕ ਚੈਨਲ ਦੇ ਹਰ ਇੱਕ ਰੇਟ ਦੇ ਅਲੱਗ-ਅਲੱਗ ਤਰੀਕੇ ਨਾਲ ਪੈਸੇ ਨੇ। ਕਿਸੇ ਚੈਨਲ ਦੀ TRP ਜ਼ਿਆਦਾ ਆ, ਕਪਿਲ ਸ਼ਰਮਾ ਦੇ ਸ਼ੋਅ 'ਚ ਐਡ ਦੇਣੀ ਆ ਉਹਦੇ ਅਲੱਗ ਰੇਟ ਨੇਗੇ। ਸੋ ਹਰ ਇੱਕ ਚੈਨਲ ਦੀ ਹਰ ਇੱਕ TRP ਦੇ ਹਿਸਾਬ ਨਾਲ ਤੁਸੀਂ ਜਿਹੜੀ ਐਡ ਦੇਣੀ ਆ ਜਾਂ ਕੋਈ ਪ੍ਰੋਗਰਾਮ ਸ਼ੋਅ ਬੁੱਕ ਕਰਨਾ, ਉਹਦੇ ਲਈ ਕਿੱਦਾਂ ਦੀਆਂ ਕੰਸਟੈਂਟਸ ਬਣਨਗੀਆਂ, ਕਿੱਦਾਂ ਦੇ ਰੇਟ ਬਣਨਗੇ, ਕਿੱਦਾਂ ਦਾ ਪ੍ਰੋਫਿਟ ਹੋਊਗਾ, ਉਹਦੇ ਲਈ ਪ੍ਰੋਫਿਟ ਆ, ਚੈਨਲ ਵਾਲੇ ਲਈ ਪ੍ਰੋਫਿਟ ਆ, ਤੁਹਾਡੇ ਲਈ ਖਰਚਾ ਆ। ਸੋ ਦੋਨਾਂ ਦੇ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਕੰਸਟੈਂਟਸ ਨੇ, ਅਲੱਗ-ਅਲੱਗ ਤਰੀਕੇ ਦਾ ਪ੍ਰੋਫਿਟ ਅਤੇ ਖਰਚਾ ਆ। ਸੋ ਇਹਨਾਂ ਕੰਸਟੈਂਟਸ ਬਣਾਉਣ ਦੇ ਵਿੱਚ ਹੈਲਪ ਕਰਦਾ ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ। ਉਹ ਤੋਂ ਬਾਅਦ ਆ ਗਈ ਟਾਈਪ 5 ਡਾਈਟ ਪ੍ਰੋਬਲਮ। ਡਾਈਟ ਪ੍ਰੋਬਲਮਸ ਦੇ ਵਿੱਚ ਕੀ ਆ ਗਿਆ, ਇਟ ਇਨਵੋਲਵਸ ਡਿਟਰਮੀਨੇਸ਼ਨ ਆਫ ਕੰਬੀਨੇਸ਼ਨ ਆਫ ਡਿਫਰੈਂਟ ਨਿਊਟ੍ਰੀਐਂਟਸ ਐਂਡ ਸਚ ਐਜ਼ ਦਾ ਪ੍ਰੋਟੀਨਸ, vitamins, starch, carbohydrates, etc. requirements at the minimum cost and minimizing the cost of rising livestock। ਡਾਈਟ ਪ੍ਰੋਬਲਮਸ ਦੇ ਵਿੱਚ ਕੀ ਆ ਗਿਆ ਕਿ ਮੰਨ ਲਓ ਤੁਹਾਡਾ ਇੱਕ ਨਿਊਟ੍ਰੀਸ਼ਨ ਆ, ਮੰਨ ਲਓ ਤੁਸੀਂ ਜਿਮ ਜੁਆਇਨ ਕਰ ਲਈ, ਜਾਂ ਤੁਸੀਂ ਕੋਈ weight lose ਕਰਨਾ, ਤੁਸੀਂ ਖਾਣਾ ਛੱਡਤਾ, ਰੋਟੀ ਖਾਣੀ ਛੱਡਤੀ, ਤੁਸੀਂ ਕੋਈ ਨਿਊਟ੍ਰੀਸ਼ਨ ਹਾਇਰ ਕਰ ਲਿਆ। ਹੁਣ ਉਹ ਨਿਊਟ੍ਰੀਸ਼ਨ ਤੁਹਾਡੀ ਸਵੇਰੇ ਸੁੱਤੇ ਉੱਠਦੇ ਤੋਂ ਲੈ ਕੇ ਰਾਤ ਨੂੰ ਪੈਣ ਤੱਕ ਦੀ ਇੱਕ ਡਾਈਟ ਚਾਰਟ ਬਣਾ ਕੇ ਦਿੰਦਾ ਕਿ ਤੁਸੀਂ ਸਵੇਰੇ ਬਰੱਸ਼ ਕਰਨ ਤੋਂ ਬਾਅਦ ਆਹ ਚੀਜ਼ ਪੀਣੀ ਆ, ਗ੍ਰੀਨ ਟੀ ਪੀਣੀ ਆ, ਇਹ ਤੋਂ ਬਾਅਦ ਤੁਸੀਂ ਆਹ ਸ਼ੇਕ ਪੀਣਾ, ਇੰਨੇ ਪ੍ਰੋਟੀਨ ਤੁਹਾਨੂੰ ਮਿਲਣਗੇ। ਉਹ ਤੋਂ ਬਾਅਦ ਤੁਸੀਂ ਆਹ ਗ੍ਰੀਨ ਬ੍ਰੈਡ ਖਾਣਾ ਆ, ਠੀਕ ਹੈ, ਵਾਈਟ ਬ੍ਰੈਡ ਖਾਣਾ ਆ, ਤੁਹਾਨੂੰ ਇੰਨੇ ਕਾਰਬੋਹਾਈਡਰੇਟਸ ਮਿਲਣਗੇ। ਉਸ ਤੋਂ ਬਾਅਦ ਤੁਸੀਂ ਐਗ ਖਾਣਾ ਆ, ਜਾਂ ਤੁਸੀਂ ਪਨੀਰ ਖਾਣਾ ਆ, ਜਾਂ ਤੁਸੀਂ ਆਹ ਚੀਜ਼ ਖਾਣੀ ਆ, ਫਰੂਟ ਇੰਨੇ ਵਜੇ ਖਾਣਾ ਆ। ਉਹ ਪੂਰੇ ਦਿਨ ਦਾ ਚਾਰਟ ਬਣਾ ਕੇ ਦੇ ਦਿੰਦਾ, ਉਹਦੇ ਵਿੱਚ ਉਹ ਰਿਸਟ੍ਰਿਕਸ਼ਨਸ ਵੀ ਦਿੰਦਾ ਵੀ ਘੱਟ ਤੋਂ ਘੱਟ ਇੰਨੀ ਚੀਜ਼ ਖਾਣੀ ਜ਼ਰੂਰੀ ਆ, ਵੱਧ ਤੋਂ ਵੱਧ ਇੰਨੀ ਖਾਣੀ ਆ ਤਾਂ ਵੱਧ ਨਹੀਂ ਖਾਣੀ। ਹੁਣ ਉਹ ਘੱਟ ਤੋਂ ਘੱਟ ਵੱਧ ਤੋਂ ਵੱਧ ਰਿਸਟ੍ਰਿਕਸ਼ਨਸ ਨੇ ਜਿਹੜੀਆਂ, ਇਹੀ ਤਾਂ ਤੁਹਾਡੀਆਂ ਕੰਸਟ੍ਰੇਂਟਸ ਹੋ ਗਈਆਂ। ਇਹ ਜਿਹੜੀਆਂ ਕੰਸਟ੍ਰੇਂਟਸ ਉਹਨੂੰ ਬਣਾਉਣ ਦੇ ਵਿੱਚ ਹੈਲਪ ਕਰਦੀਆਂ ਨੇ, ਇਹੀ ਤਾਂ LPP ਹੈਲਪ ਕਰਦੀ ਆ। ਸੋ LPP ਡਾਈਟ ਪ੍ਰੋਬਲਮਸ ਦੇ ਵਿੱਚ ਵੀ ਹੈਲਪ ਕਰਦੀ ਹੈ। ਉਸ ਤੋਂ ਬਾਅਦ ਆ ਗਿਆ ਟਰੈਵਲਿੰਗ ਸੇਲਸਮੈਨ ਪ੍ਰੋਬਲਮ। ਨਾਮ ਤੋਂ ਹੀ ਕਲੀਅਰ ਆ, traveling salesman problem। This type of problems involve to find the shortest route for a salesman starting from a given city, visiting each city of specified cities, and then the returning to the origin। Such problems can be easily handled by the assignment technique।
ਆਫ ਦਾ ਲੀਨੀਅਰ ਪ੍ਰੋਗਰਾਮਿੰਗ। ਟਰੈਵਲਿੰਗ ਸੇਲਸਮੈਨ ਪ੍ਰੋਬਲਮ ਦੇ ਵਿੱਚ ਕੀ ਹੁੰਦਾ, ਜਿਵੇਂ ਮੰਨ ਲਓ ਆਪਣੇ ਕੋਲ ਡਿਲੀਵਰੀ ਕਰਨ ਵਾਲੇ ਆਉਂਦੇ ਨੇਗੇ, ਫੂਡ ਡਿਲੀਵਰੀ ਕਰਨ ਵਾਲੇ ਆਉਂਦੇ ਨੇ, ਚਲੋ ਫੂਡ ਵਾਲੇ ਛੱਡੋ, ਆਪਾਂ ਕੋਰੀਅਰ ਆਰਡਰ ਕਰ ਦਿੰਦੇ ਹਾਂ। ਕੋਈ ਤੁਸੀਂ ਘਰ ਬੈਠੇ ਹੋ, ਤੁਸੀਂ ਕੋਈ ਆਰਡਰ ਕਰਤਾ, ਠੀਕ ਹੈ, ਕੋਈ ਵਾਚ ਆਰਡਰ ਕਰਤੀ, ਕੋਈ ਫੋਨ ਆਰਡਰ ਕਰਤਾ, ਉਸ ਤੋਂ ਬਾਅਦ ਜਿਹੜਾ ਕੋਰੀਅਰ ਵਾਲਾ ਮਲੇਰਕੋਟਲੇ ਸਵੇਰੇ ਆ ਗਿਆ, ਉਹਨੂੰ ਸਾਰੇ ਰੂਟ ਦੇ ਕੋਰੀਅਰ ਦਿੱਤੇ ਵੀ ਇੱਥੋਂ ਤੇ ਧੂਰੀ ਜਾਣਾ, ਧੂਰੀ ਤੋਂ ਤੇ ਹਥਨ ਪਿੰਡ ਜਾਣਾ, ਹਥਨ ਪਿੰਡ ਤੋਂ ਤੇ ਰੁੜਕਾ ਪਿੰਡ ਜਾਣਾ, ਰੁੜਕਾ ਪਿੰਡ ਤੋਂ ਤੇ ਕਠਾਲਾ ਜਾਣਾ, ਕਠਾਲਾ ਤੋਂ ਪੰਜ ਗਰਾਈਆਂ ਜਾਣਾ, ਪੰਜ ਗਰਾਈਆਂ ਤੋਂ ਰਾਏਕੋਟ ਜਾਣਾ, ਰਾਏਕੋਟ ਤੋਂ ਤੇ ਉੱਥੇ ਜਾਣਾ, ਉੱਥੋਂ ਵਾਪਸ ਤਾਂ ਇੱਥੇ ਜਾਣਾ। ਹੁਣ ਉਹਨੂੰ ਸਵੇਰੇ ਹੀ ਸਮਾਨ ਸਾਰਾ ਦੇਤਾ, ਸਾਰੇ ਸਮਾਨ ਦੇ ਰੂਟ ਦਿੱਤੇ, ਰੂਟ ਚਾਰਟ ਬਣਾ ਕੇ ਦਿੱਤਾ। ਉਹ ਜਿਹੜਾ ਰੂਟ ਚਾਰਟ ਬਣਾ ਕੇ ਦਿੱਤਾ, ਇਹੀ ਤਾਂ ਟਰੈਵਲਿੰਗ ਸੇਲਸਮੈਨ ਪ੍ਰੋਬਲਮ ਆ। ਇਹਦੇ ਲਈ ਆਪਣਾ ਇੱਕ ਅਲੱਗ ਚੈਪਟਰ ਆ ਬੀ ਸੈਕਸ਼ਨ ਦੇ ਵਿੱਚ, ਬਹੁਤ ਇੰਪੋਰਟੈਂਟ ਕੁਐਸਚਨ ਆ, ਹਰ ਸਾਲ ਪੇਪਰਾਂ 'ਚ ਰਿਪੀਟ ਹੁੰਦਾ। ਇਹਨੂੰ ਆਪਾਂ ਅਸਾਈਨਮੈਂਟ ਪ੍ਰੋਬਲਮ ਕਹਾਂਗੇ, ਅਸਾਈਨਮੈਂਟ ਟੈਕਨੀਕ ਕਹਾਂਗੇ। ਹੁਣ ਇਹ ਤਾਂ ਹੈ ਨਹੀਂਗਾ ਵੀ ਉਹ ਇੱਥੋਂ ਉੱਠਿਆ, ਪਹਿਲਾਂ ਧੂਰੀ ਜਾ ਕੇ ਵਾਪਸ ਇੱਥੇ ਆ ਗਿਆ, ਫਿਰ ਇੱਥੋਂ ਰੁੜਕਾ ਪਿੰਡ ਗਿਆ, ਰੁੜਕੇ ਪਿੰਡ ਤੋਂ ਫਿਰ ਵਾਪਸ ਇੱਥੇ ਆ ਗਿਆ, ਫਿਰ ਇੱਥੋਂ ਰਾਏਕੋਟ ਗਿਆ, ਰਾਏਕੋਟ ਤੋਂ ਫਿਰ ਵਾਪਸ ਇੱਥੇ ਆ ਗਿਆ। ਜੇ ਉਹ ਇੱਦਾਂ ਕਰੂਗਾ ਤਾਂ ਕੀ ਹੋਊਗਾ, ਤੁਸੀਂ ਦੋਨਾਂ 'ਚੋਂ ਕੋਈ ਦੱਸ ਦਿਓ। ਜੇ ਇੱਦਾਂ ਕਰੂਗਾ, ਇਕੱਲੇ ਇਕੱਲੇ ਆਰਡਰ ਨੂੰ ਦੇ ਕੇ ਵਾਪਸ ਇੱਥੇ ਆਊਗਾ ਤਾਂ ਕੀ ਹੋਊਗਾ? ਹਾਂਜੀ, ਬੈਠ ਕੇ ਦੱਸ ਦਿਓ ਮੈਨੂੰ, ਕੋਈ ਪ੍ਰੋਬਲਮ ਨਹੀਂ। ਟਾਈਮ ਜ਼ਿਆਦਾ ਲੱਗੂਗਾ, ਹੋਰ ਪੈਟਰੋਲ ਖਰਚਾ ਜ਼ਿਆਦਾ ਆਊਗਾ। ਇੱਕ ਤਾਂ ਟਾਈਮ ਜ਼ਿਆਦਾ ਲੱਗੂਗਾ, ਇੱਕ ਖਰਚਾ ਜ਼ਿਆਦਾ ਲੱਗੂਗਾ, ਉਹਦੀ એનર્ਜੀ ਜ਼ਿਆਦਾ ਲੱਗੂਗੀ, ਬਿੱਲ ਜ਼ਿਆਦਾ ਬਣੂਗਾ। ਕਿਉਂ ਨਾ ਉਹਨੂੰ ਆਪਾਂ ਰੂਟ ਹੀ ਇੱਦਾਂ ਦਾ ਬਣਾ ਕੇ ਦੇ ਦਈਏ ਵੀ ਤੂੰ ਸਾਰੇ ਸ਼ਹਿਰਾਂ 'ਚ ਇੱਕ ਵਾਰੀ ਵਿਜ਼ਿਟ ਕਰਨਾ। ਹੁਣ ਮੰਨ ਲਓ ਜਿਵੇਂ ਉਹਨੇ ਹਥਨ ਪਿੰਡ ਜਾਣਾ ਸੀ, ਇਹ ਤਾਂ ਹੈ ਨਹੀਂਗਾ ਵੀ ਧੂਰੀ ਜਾਣ ਵੇਲੇ ਉਹ ਹਥਨ ਪਿੰਡ ਵਿੱਚ ਦੀ ਹੋ ਕੇ ਧੂਰੀ ਗਿਆ, ਵਾਪਸ ਆਉਣ ਲੱਗਿਆ ਫਿਰ ਹਥਨ ਪਿੰਡ ਵਿੱਚ ਦੀ ਆਇਆ। ਕਿਉਂ ਨਾ ਉਹ ਪਹਿਲਾਂ ਹਥਨ ਪਿੰਡ ਜਾਵੇ, ਜਾਣ ਲੱਗਿਆ ਹਥਨ ਦਾ ਆਰਡਰ ਡਿਲੀਵਰ ਕਰੇ, ਬਾਅਦ 'ਚ ਧੂਰੀ ਜਾਵੇ, ਧੂਰੀ ਤੋਂ ਬਾਅਦ ਸਿੱਧਾ ਇੱਥੇ ਆ ਜਾਵੇ। ਇੱਥੇ ਇੱਕ ਸ਼ਬਦ ਲਿਖਿਆ ਹੋਇਆ, ਦਿਸ ਟਾਈਪ ਆਫ ਇਨਵੋਲਵ ਦਾ ਫਾਈਂਡ ਦਾ ਸ਼ਾਰਟੈਸਟ ਰੂਟ ਫॉर ਏ ਸੇਲਸਮੈਨ ਸਟਾਰਟਿੰਗ ਫਰੋਮ ਏ ਗਿਵਨ ਸਿਟੀ ਵਿਜ਼ਿਟਿੰਗ ਈਚ ਸਿਟੀ ਆਫ ਦਾ ਸਪੈਸੀਫਾਈਡ ਸਿਟੀਜ਼। ਇੱਥੇ ਜਦੋਂ ਆਪਾਂ ਉਹ ਚੈਪਟਰ ਪੜਾਂਗੇ ਉਦੋਂ ਸਪੈਸ਼ਲ ਤੌਰ ਤੇ ਲਿਖਿਆ ਜਾਊ ਵਿਜ਼ਿਟਿੰਗ ਈਚ ਸਿਟੀ ਐਗਜ਼ੈਕਟਲੀ ਵੰਸ। ਉਦੋਂ ਜਦੋਂ ਚੈਪਟਰ ਕਰਾਂਗੇ ਉਦੋਂ ਸ਼ਬਦ ਆਊਗਾ ਈਚ ਸਿਟੀ ਐਗਜ਼ੈਕਟਲੀ ਵੰਸ, ਕਿ ਹਰੇਕ ਸ਼ਹਿਰ ਨੂੰ ਸਿਰਫ ਇੱਕ ਵਾਰੀ ਪਾਸ ਕਰਨਾ, ਬਾਅਦ ਦੇ ਵਿੱਚ ਐਂਡ ਤੇ ਜਾ ਕੇ ਰਿਟਰਨ ਕਰਨਾ ਓਰੀਜਨਲ ਸ਼ਹਿਰ ਤੇ, ਦੈਨ ਰਿਟਰਨਿੰਗ ਟੂ ਦਾ ਓਰੀਜਨ, ਅਖੀਰ ਤੇ ਆਪਣੇ ਓਰੀਜਨ ਤੇ ਵੀ ਵਾਪਸ ਆਉਣਾ ਜਿੱਥੋਂ ਚੱਲਿਆ ਸੀ। ਸੋ ਇਹ ਅਸਾਈਨਮੈਂਟ ਪ੍ਰੋਬਲਮ ਬਣਾਉਣ ਦੇ ਲਈ ਹੈਲਪ ਕਰਦਾ ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ। ਸੋ ਇਹਦੇ ਵਿੱਚ ਹੋ ਗਿਆ। ਉਸ ਤੋਂ 8ਵੇਂ ਨੰਬਰ ਤੇ ਆ ਗਿਆ ਕੈਪੀਟਲ ਇਨਵੈਸਟਮੈਂਟ। This type of problem arises because of the different ways in which a fixed amount of capital can be allocated to the number of activities. The total return depends upon the manner in which the allocation is made. Therefore, the objective may be to find that the allocation which is maximize the total return. ਕੈਪੀਟਲ ਇਨਵੈਸਟਮੈਂਟ, ਪੈਸੇ ਦੀ ਇਨਵੈਸਟਮੈਂਟ, ਕਿ ਪੈਸਾ ਆਪਾਂ ਕਿੱਥੇ ਇਨਵੈਸਟ ਕਰੀਏ। ਸ਼ੇਅਰ ਮਾਰਕੀਟ ਦੇ ਵਿੱਚ ਜਿਵੇਂ ਇਨਵੈਸਟ ਕਰਦੇ ਆ, ਠੀਕ ਹੈ, ਗੋਲਡ ਦੇ ਵਿੱਚ ਤੁਸੀਂ ਇਨਵੈਸਟ ਕਰਦੇ ਹੋ, ਕਿਸੇ ਨੂੰ ਪੈਸੇ ਵਿਆਜ ਤੇ ਦਿੰਦੇ ਹੋ, ਤਾਂ ਉਹਦੀਆਂ ਕੰਸਟੈਂਟਸ ਜਿਹੀਆਂ ਬਣਾ ਲੈਂਦੇ ਆ ਕਿ ਵਿਆਜ ਤੇ ਵੱਧ ਤੋਂ ਵੱਧ ਪੈਸਾ ਇੰਨਾ ਕੁ ਵਾਪਸ ਆਊਗਾ। ਸ਼ੇਅਰ ਮਾਰਕੀਟ ਦੇ ਵਿੱਚ ਕਿੱਥੇ ਇਨਵੈਸਟ ਕਰਦੇ ਆ, ਕਿੰਨਾ ਕੁ ਜ਼ਰੂਰੀ ਨਹੀਂ ਹੈਗਾ ਇਨ ਬਿਨ ਜੋ ਬੁੱਕ ਤੇ ਦਿੱਤਾ ਹੋਇਆ ਉਹੀ ਯਾਦ ਕੀਤਾ ਜਾਵੇ, ਉਹੀ ਲਿਖਿਆ ਜਾਵੇ। ਤੁਸੀਂ ਟਾਈਟਲ ਯਾਦ ਰੱਖ ਲਓ, ਰਫ ਲੈਂਗੁਏਜ ਆਪਣੀ ਮਨ ਦੇ ਵਿੱਚ ਤਿਆਰ ਕਰ ਲਓ, ਉਹਨੂੰ ਟਰਾਂਸਲੇਟ ਕਰਕੇ ਲਿਖ ਦਿਓ ਬਸ। ਆ ਟਾਈਟਲ ਚੰਗੇ ਤਰੀਕੇ ਨਾਲ ਐਵੇਂ ਲਿਖ ਦਿਓ, ਕੈਪੀਟਲ ਇਨਵੈਸਟਮੈਂਟ ਦੇ ਵਿੱਚ ਲਿਖ ਦੋਗੇ ਨਾ ਆਪਣੇ ਤਰੀਕੇ ਨਾਲ ਬਣਾ ਕੇ। ਸਬ ਕੰਟਰੈਕਟਿੰਗ, linear programming has also been applied when problem is faced by producer in face of capacity limitation and sudden support in demand for his products. The producer not being sure of the demand pattern is usually reluctant to the add addition capacity and has to। ਹੁਣ ਸਬ ਕੰਟਰੈਕਟਿੰਗ ਦੇ ਵਿੱਚ ਕੀ ਆ ਗਿਆ, ਕੋਈ ਪ੍ਰੋਡਿਊਸਰ ਆ, ਕੋਈ ਚੀਜ਼ ਬਣਾ ਰਿਹਾ, ਜ਼ਰੂਰੀ ਨਹੀਂ ਹੈਗਾ ਫਿਲਮਾਂ ਬਣਾਉਣ ਵਾਲੀ ਪ੍ਰੋਡਿਊਸਰ ਹੋਵੇ, ਕੋਈ ਗਾਣਾ ਬਣਾ ਸਕਦਾ, ਕਿਤੇ ਵੀ ਕੋਈ ਪੈਸਾ ਲਗਾਉਣ ਵਾਲਾ ਬੰਦਾ ਜਿਹੜਾ ਹੁੰਦਾ ਉਹਨੂੰ ਆਪਾਂ ਪ੍ਰੋਡਿਊਸਰ ਕਹਿ ਦਿੰਦੇ ਹੁੰਦੇ ਆ। ਕਿਸੇ ਕੰਮਕਾਰ ਨੂੰ ਤਿਆਰ ਕਰ ਰਿਹਾ ਕੋਈ, ਤਿਆਰ ਕਰਨ ਵਾਲੇ ਨੂੰ ਆਪਾਂ ਡਾਇਰੈਕਟਰ ਕਹਿ ਦਿੰਦੇ ਹੁੰਦੇ ਆ, ਪੈਸਾ ਲਗਾਉਣ ਵਾਲੇ ਨੂੰ ਪ੍ਰੋਡਿਊਸਰ ਕਹਿ ਦਿੰਦੇ ਹੁੰਦੇ ਆ। ਜਿਹੜਾ ਪੈਸਾ ਲਗਾ ਰਿਹਾ ਉਹਨੂੰ ਪਤਾ ਨਹੀਂ ਹੈਗਾ ਐਕਚੁਅਲ ਦੇ ਵਿੱਚ, ਧਿਆਨ ਨਾਲ ਪੜ੍ਹੋ ਕੀ ਕਿਹਾ ਗਿਆ,
The producer not being sure of the demand pattern is usually relevant to the add addition capacity। कि producer ਨੂੰ surely ਇਹ ਨਹੀਂ ਪਤਾ ਕਿ ਹੋਰ ਕਿੰਨਾ ਕੁ ਇਹਦੇ ਵਿੱਚ additionally resource ਲੱਗਣਗੇ। ਸੋ ਪ੍ਰੋਡਿਊਸਰ ਨੂੰ ਹੈਲਪਿੰਗ ਕਰਨ ਦੇ ਲਈ ਹਾਇਰ ਕਰਨਾ ਪਊ ਕੋਈ ਹੋਰ ਬੰਦਾ ਵੀ ਆ ਜਾ ਭਰਾਵਾ ਮੇਰੀ ਮਦਦ ਕਰ ਦੇ ਇਸ ਕੰਮ ਦੇ ਵਿੱਚ। ਹੁਣ ਉਹ ਜਿਹੜਾ ਹਾਇਰ ਕਰੂਗਾ ਹੋਰ ਬੰਦਾ, ਉਹ ਆ ਕੇ ਕੀ ਦੇਖੂਗਾ, ਅੱਛਾ ਪਹਿਲਾਂ ਕਿੰਨੇ ਕੁ ਰਿਸੋਰਸ ਨੇ, ਹੋਰ ਕਿੰਨੇ ਕੁ ਰਿਸੋਰਸ ਦੀ ਲੋੜ ਪੈਂਦੀ ਹੈ। ਠੀਕ ਹੈ। ਸੋ ਕਿਸੇ ਕੰਮ ਚੱਲਦੇ ਕੰਮ ਨੂੰ, ਕਿਸੇ ਮੈਂ ਸ਼ਾਰਟ ਫਾਰਮ ਜਿਹਦੇ ਵਿੱਚ ਨਿਬੇੜਦਾ, ਕਿਸੇ ਚੱਲ ਰਹੇ ਕੰਮ ਨੂੰ ਹੋਰ ਵਧੀਆ ਢੰਗ ਨਾਲ ਚਲਾਉਣ ਦੇ ਲਈ, ਪੂਰਾ ਕਰਨ ਦੇ ਲਈ, ਨੇਪਰੇ ਚੜ੍ਹਨ ਦੇ ਲਈ ਜਿਹੜਾ ਵੀ ਸਬ ਕੰਟਰੈਕਟਰ ਹੋ ਗਿਆ ਨਾ, ਜਿਹੜਾ ਵੀ ਸਬ ਕੰਟਰੈਕਟ ਕਿਸੇ ਹੋਰ ਨੂੰ ਕੰਟਰੈਕਟ ਦੇ ਵਿੱਚ ਹਾਇਰ ਕਰਦੇ ਆਪਾਂ, ਸਬ ਕੰਟਰੈਕਟ ਦਿੰਦੇ ਹਾਂ ਜਿਹਨੂੰ ਆਪਾਂ, ਉਹਨੂੰ ਹੈਲਪ ਕਰਨ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਦੀ ਲੋੜ ਪੈਂਦੀ ਆ ਉਸ ਦੇ ਵਿੱਚ ਹੈਲਪ ਕੌਣ ਕਰਦਾ, ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ। ਸੋ ਇਹ 8-9 ਹੋ ਗਈਆਂ ਇਹਦੀਆਂ। ਉਸ ਤੋਂ ਬਾਅਦ ਆ ਗਈਆਂ ਲਿਮਿਟੇਸ਼ਨ ਆਫ ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ। ਦੱਸੋ ਮੈਨੂੰ ਇੰਨਾ ਕੁ ਬਹੁਤ ਆ ਜਾਂ ਕੱਲ ਕਰੀਏ? ਬਹੁਤ ਆ, ਕਲੋਜ਼ ਕਰ ਲਓ।